सुखमणी साहब का। ते की आखिया, फिरत फिरत प्रभ आया, परया तौ शरण आए, नानक की प्रभ बेनती, अपनी भगती लाए। सतगुर जी कृपा करो, सानू अपने दर की महिमा, अपने दर की वडियाई, अपने दर की बख्शिश करके अपने दर दे नाल जोड़ लवो। जदों असी गुरु अमरदास महाराज जी का धनासरी राग का शब्द पढ़ांगे ना, तो उस वेले गुरु जी का वो आपां शब्द पढ़ीए की आखदे ने। कहंदे भिखारी बन जाओ बंदिया। वैसे तो है ही सारा संसार मंगता है, भिखारी है ही है, पर एक सचमुच बनना हुंदा है। ये तो वो भिखारी लिखिया है, जगत भिखारी फिरत है सब को दाता राम। ये तो वो भिखारी लिखिया भी हर वेले गुरु दे कोलों कदे कुछ मंग लिया, कदे कुछ मंग लिया, जो मंगना वो नहीं मंगदा। ते उत्थे फिर महाराज जी ने लिखिया भी भिखारी बन जा। गुरु अमरदास महाराज जी ने फिर लिखिया बचन, हम भीखक भिखारी तेरे, तू निज पत है दाता, हो दयाल, नाम देहो मंगत जन कौ, सदा रहो रंग राता। हाँ बलहारै जाओ, साचे तेरे नाम विटो, कारण कारण सबना का एको, अवर न दूजा कोई रहाओ। बहुते फेर पए किरपन को, अब किश कृपा कीजै, हो दयाल दर्शन देहो अपना, ऐसी बख्श करीजै। भनत नानक भरम पट खूले, गुर प्रसादी जानिया, साची लिव लागी है भीतर, सतगुर स्यों मन मानिया। सच्ची प्रीत कित्थों लगदी है? सतगुरां दी बाणी कहंदी है सच्ची प्रीत कित्थों लगदी है। इउं कहंदे ने मेरे पातशाह, कोशिश करनी चाहिए है मनुख नूं। सुंदर देही मिली है, सुंदर शरीर मिलिया, सोहना समा मिलिया, उत्तम सुवासां दी पूंजी मिली है। सिक्खा कदे वेखता सही ध्यान करके पातशाह की कहंदे, लाया प्रीतम आपने, 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 लाया प्रीतम आपने। ओ लाया प्रीतम आपने, 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 लाया प्रीतम आपने। अंदर सच्चा ने हो, 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 अंदर सच्चा ने हो। तन मन होए निहाल, 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 तन मन होए निहाल। ओ तन मन होए निहाल, 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 तन मन होए निहाल। जागोर देखा सामने, जागोर देखा सामने, जागुर देखा सामने, जागुर देखा सामने, जागुर देखा सामने, जागुर देखा सामने। अंदर सच्चा ने हो, 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 अंदर सच्चा ने हो। लाया प्रीतम
ਆਪਣੇ ਲਾਇਆ ਪ੍ਰੀਤਮ 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 ਆਪਣੇ। ਦੇਖੋ ਨਿਉ ਕਹਿੰਦੇ ਪਿਆਰ ਨੂੰ, ਮੁਹੱਬਤ ਨੂੰ। ਜਿਹੜਾ ਦੁਨਿਆਵੀ ਪਿਆਰ ਲੱਗਦਾ ਨਾ, ਧੀਆਂ ਪੁੱਤਾਂ ਨੂੰ ਮਾਂ ਪਿਓ ਨੂੰ ਵੇਖ ਕੇ ਦੁਨਿਆਵੀ ਪਿਆਰ ਲੱਗ ਜਾਂਦਾ, ਨਿਉ ਲੱਗ ਜਾਂਦਾ ਹੈ ਮੁਹੱਬਤ। ਮਾਂ ਕੋਈ ਕੰਮ ਕਰ ਰਹੀ ਹੈ ਪਰਿਵਾਰ ਦੇ ਚੁੱਲ੍ਹੇ ਚੌਂਕੇ ਦਾ, ਕੱਪੜੇ ਲੱਤੇ ਦਾ, ਹੋਰ ਜੋ ਵੀ ਕੰਮ ਕਰ ਰਹੀ ਹੈ, ਧੀ ਵੇਖ ਰਹੀ ਹੈ। ਮਾਂ ਨੂੰ ਵੇਖ ਕੇ ਧੀ ਨੂੰ ਨਿਉ ਲੱਗ ਗਿਆ, ਉਹਨਾਂ ਕੰਮਾਂ ਨਾਲ ਮੁਹੱਬਤ ਪੈ ਗਈ। ਇਸੇ ਤਰ੍ਹਾਂ ਪਿਤਾ ਬਿਜ਼ਨਸ ਕਰ ਰਿਹਾ ਹੈ, ਪਿਤਾ ਨੌਕਰੀ ਕਰ ਰਿਹਾ ਹੈ, ਪਿਤਾ ਕੋਈ ਵੀ ਮਜ਼ਦੂਰੀ ਕਰ ਰਿਹਾ ਹੈ, ਕੁਝ ਵੀ ਕਰ ਰਿਹਾ ਹੈ, ਉਹਦਾ ਪੁੱਤ ਵੇਖ ਰਿਹਾ ਹੈ ਅਤੇ ਉਹਨੂੰ ਵੇਖ ਕੇ ਨਾ ਉਹਨੂੰ ਵੀ ਮੁਹੱਬਤ ਲੱਗ ਗਈ, ਉਸੇ ਕੰਮ ਨੂੰ ਉਹ ਲੱਗ ਗਿਆ ਕਰਨ। ਅਤੇ ਜਿਹੜੇ ਘਰਾਂ ਦੇ ਵਿੱਚ ਗੁਰੂ ਕੇ ਸਿੱਖ ਨੇ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਅਤੇ ਉਹਨਾਂ ਨੂੰ ਵੇਖ ਕੇ ਗੁਰਸਿੱਖ ਗੁਰੂ ਦੇ ਪਾਸ ਆਉਂਦਾ ਅਤੇ ਫਿਰ ਗੁਰੂ ਪ੍ਰੀਤਮ, ਪ੍ਰੀਤਮ ਦਾ ਅਰਥ ਹੈ ਗੁਰੂ, ਪਰਮੇਸ਼ਰ, ਰੱਬ। ਅਤੇ ਫਿਰ ਜਦੋਂ ਸਿੱਖ ਗੁਰੂ ਦੇ ਪਾਸ ਆਉਂਦਾ ਹੈ ਅਤੇ ਗੁਰੂ ਤਰੁੱਠ ਕੇ ਆਪਣੇ ਸਿੱਖ ਨੂੰ ਸੱਚਾ ਪਿਆਰ ਬਖਸ਼ ਦਿੰਦਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸੱਚਾ ਪਿਆਰ, ਵਿਚਾਰ ਬੜੀ ਡੂੰਘੀ ਹੁੰਦੀ ਹੈ ਇਹ। ਇੱਕ ਝੂਠਾ ਪਿਆਰ ਹੈ, ਝੂਠਾ ਪਿਆਰ ਡੋਬ ਦਿੰਦਾ ਹੈ ਅਤੇ ਸੱਚਾ ਪਿਆਰ ਭਵਜਲ ਤੋਂ ਪਾਰ ਲਾ ਦਿੰਦਾ ਹੈ। ਸੱਚਾ ਪਿਆਰ ਕੀਤਾ ਭਾਈ ਤਾਰੂ ਸਿੰਘ ਨੇ, ਸੱਚਾ ਪਿਆਰ ਕੀਤਾ ਭਾਈ ਮਤੀ ਦਾਸ ਜੀਆਂ ਨੇ, ਭਾਈ ਸਤੀ ਦਾਸ ਜੀਆਂ ਨੇ, ਭਾਈ ਦਿਆਲਾ ਜੀਆਂ ਨੇ, ਹੋਰ ਅਣਗਿਣਤ, ਗਿਣੇ ਨਹੀਂ ਜਾ ਸਕਦੇ ਇੰਨੇ ਕੁ। ਸੋ ਉਹ ਕਦੋਂ ਲੱਗਦਾ ਹੈ? ਜਦੋਂ ਅਸੀਂ ਜੋਦੜੀ ਕਰਾਂਗੇ, ਅੰਦਰੋਂ ਮੰਗਾਂਗੇ, ਸਤਿਗੁਰ ਜੀ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ ਆਪਣੀ ਭਗਤੀ ਲਾ ਲਓ, ਕਿਰਪਾ ਕਰੋ। ਤਾਂ ਫਿਰ ਸਾਧ ਸੰਗਤ ਉਦੋਂ ਹੁੰਦਾ ਕੀ ਹੈ? ਜਦੋਂ ਅਸੀਂ ਵਾਹਿਗੁਰੂ ਦੀ ਭਗਤੀ ਨਾਲ ਜੁੜਦੇ ਹਾਂ, ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ, ਅਤੇ ਉਦੋਂ ਸਾਡੇ ਲੋਕ ਅਤੇ ਪਰਲੋਕ ਸਫਲੇ ਹੁੰਦੇ ਨੇ। ਨਹੀਂ ਤਾਂ ਮਾਫ ਕਰਨਾ, ਗੁਰੂ ਨਾਲੋਂ ਟੁੱਟ ਕੇ ਸਫਲਾ ਹੋਣ ਦੀ ਗੱਲ ਤਾਂ ਦੂਰ ਹੈ, ਲੋਕ ਵੀ ਵਿਗੜ ਜਾਂਦਾ ਹੈ, ਪਰਲੋਕ ਦੀ ਤਾਂ ਗੱਲ ਹੀ ਛੱਡ ਦਿਓ ਫਿਰ। ਸੋ ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਤਨਾ ਹੋ ਸਕੇ, ਕਿਉਂਕਿ ਜਿਹੜਾ ਗੁਰਮਤਿ ਦਾ ਵਿਸ਼ਾ ਹੈ ਉਹ ਇਹ ਹੈ ਵੀ ਜਦੋਂ ਤੁਸੀਂ ਮਰ ਗਏ ਉਹਦੇ ਤੋਂ ਬਾਅਦ ਕਰ ਲਿਓ, ਇਹ ਨਹੀਂ ਮਹਾਰਾਜ ਨੇ ਕਿਤੇ ਲਿਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਬਚਨ ਗੁਰਬਾਣੀ ਵਿੱਚ ਆਉਂਦੇ ਨੇ, ਕਹਿੰਦੇ ਬੰਦਿਆ ਜਿਹੜਾ ਬੀਤ ਚੁੱਕਿਆ, ਭੂਤਕਾਲ ਹੋ ਗਿਆ, ਉਹਨੂੰ ਛੱਡ ਦੇ। ਵਰਤਮਾਨ ਇਹਦੇ ਵਿੱਚ ਆਪਾਂ ਚੱਲ ਰਹੇ ਹਾਂ, ਭਵਿੱਖਤ ਕਾਲ ਨੇ ਆਉਣਾ, ਭਵਿੱਖ ਦੀ ਚਿੰਤਾ ਛੱਡ ਦੇ, ਵਰਤਮਾਨ ਨੂੰ ਸੋਹਣਾ ਬਣਾ ਲੈ, ਬੀਤਿਆ ਵੀ ਸਹੀ ਹੋ ਜੂ, ਆਉਣ ਵਾਲਾ ਵੀ ਸਹੀ ਹੋ ਜੂ। ਜੇ ਵਰਤਮਾਨ ਨੂੰ ਠੀਕ ਨਾ ਬਣਾਇਆ, ਵਰਤਮਾਨ ਦੇ ਉੱਪਰ ਧਿਆਨ ਕੇਂਦਰਿਤ ਨਾ ਕੀਤਾ, ਤੇ ਨਾ ਤੇਰਾ ਬੀਤਿਆ ਸਹੀ ਹੋਣਾ ਤੇ ਨਾ ਆਉਣ ਵਾਲਾ ਸਹੀ ਹੋਣਾ, ਤੇ ਤੇਰੀ ਜਿਹੜੀ ਸੁਰਤ ਹੈ ਉਹ ਹਮੇਸ਼ਾ ਚਿੰਤਾ ਦੇ ਵਿੱਚ ਡੁੱਬੀ ਰਹੇਗੀ, ਡਿਪਰੈਸ਼ਨ ਪੈ ਜਾਣੀ ਹੈ। ਦਾਸ ਨੇ ਕੱਲ੍ਹ ਹੀ ਪੜ੍ਹਿਆ, ਕਹਿੰਦੇ ਸਮਾਜ ਦੇ ਵਿੱਚ ਅੱਜ 100 ਦੇ ਵਿੱਚੋਂ 18% ਜਿਹੜੇ ਲੋਕ ਨੇ ਉਹ ਡਿਪਰੈਸ਼ਨ ਦੇ ਸ਼ਿਕਾਰ ਨੇ। ਉਹਦਾ ਕਾਰਨ ਕੀ ਹੈ? ਜਾਂ ਤਾਂ ਬੀਤੇ ਦੀ ਚਿੰਤਾ ਕਰੀ ਜਾਣੀ, ਜਾਂ ਭਵਿੱਖਤ ਦੀ ਚਿੰਤਾ ਕਰੀ ਜਾਣੀ, ਆਉਣ ਵਾਲੇ ਦੀ, ਹਾਏ ਕੀ ਬਣੇਗਾ ਕੀ ਬਣੇਗਾ। ਮਹਾਰਾਜ ਜੀ ਕਹਿੰਦੇ ਪੰਛੀਆਂ ਨੂੰ ਪੁੱਛ ਲੈ, ਪੰਛੀ ਦੱਸ ਦੇਣਗੇ। ਤੁਸੀਂ ਕਦੇ ਖਿਆਲ ਕਰਕੇ ਵੇਖਿਓ, ਪੰਛੀਆਂ ਨੂੰ ਤੁਸੀਂ 1 ਕਿਲੋ ਦਾਣੇ ਖੰਡਾ ਦਿਓ, 2 ਚਿੜੀਆਂ ਨੇ ਮੰਨ ਲਓ ਸਮਝਣ ਵਾਸਤੇ, ਕਿਲੋ ਦਾਣੇ ਖੰਡਾ ਦਿਓ, ਚਿੜੀ ਦੇ ਕੋਲੇ ਇਹ ਸਬਰ ਹੈ, ਪੰਛੀ ਦੇ ਕੋਲੇ ਸੰਤੋਖ ਹੈ, ਉਹ ਜਿੰਨਾ ਖਾ ਸਕਦੀ ਹੈ ਸ਼ੌਂਕ ਨਾਲ ਖਾਂਦੀ ਹੈ, ਵੱਧ ਨਹੀਂ ਖਾਂਦੀ ਲੋੜ ਤੋਂ, ਅਤੇ ਜਿੰਨਾ ਉਹਨੇ ਛਕ ਲਿਆ ਛਕ ਕੇ ਉਡਾਰੀ ਮਾਰ ਜਾਂਦੀ ਹੈ। ਜਿੰਨਾ ਲੋੜ ਹੈ ਆਪਣੇ ਬੱਚਿਆਂ ਨੂੰ ਲੈ ਜਾਂਦੀ ਹੈ 2-4 ਦਾਣੇ, ਬਾਕੀਆਂ 'ਤੇ ਲਾਲਚ ਨਹੀਂ ਕਰਦੀ ਵੀ ਮੈਂ ਸਾਰੇ ਹੀ ਲੈ ਜਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਉਂ ਦੱਸਦੇ ਨੇ ਮਹਾਰਾਜ ਵੀ ਜਿਹੜੇ ਕਿਲੋ ਪਾਏ ਨੇ ਨਾ, ਹੁਣ ਮੈਂ ਇਹਨਾਂ ਨੂੰ ਢੋਕ ਹੀ ਛੱਡੂੰਗੀ। ਪੰਛੀ ਇਹ ਨਹੀਂ ਕਰਦਾ, ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼, ਇਹ ਪੱਲੇ ਨਹੀਂ ਬੰਨ੍ਹਦੇ ਆਪਣੇ,
ਇਹ ਤਾਂ ਵਾਹਿਗੁਰੂ ਤੇ ਭਰੋਸਾ ਰੱਖਦੇ ਨੇ ਤੇ ਕਿਰਤ ਕਰਦੇ ਨੇ ਕਮਾਲ ਦੀ। ਡਿਸਪਲਿਨ ਦੇ ਵਿੱਚ ਰਹਿੰਦੇ ਨੇ, ਇਹ ਤੋਂ ਬਾਹਰ ਨਹੀਂ ਜਾਂਦੇ। ਮਰਜ਼ਾਦਾ ਵਿੱਚ ਰਹਿੰਦੇ ਨੇ, ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ। ਪੰਛੀ ਵੀ ਹੁਕਮ ਦੇ ਵਿੱਚ ਹੈ ਤੇ ਪਸ਼ੂ ਵੀ ਹੁਕਮ ਦੇ ਵਿੱਚ ਹੈ। ਇੱਕ ਬੰਦਾ ਹੈ ਜਿਹੜਾ ਹੁਕਮ ਤੋਂ ਬਾਹਰ ਨਿਕਲ ਗਿਆ। ਮਹਾਰਾਜ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ। ਤੇ ਸਾਧ ਸੰਗਤ ਉੱਥੇ ਆਓ, ਮਹਾਰਾਜ ਜੀ ਕਹਿੰਦੇ ਵੇਖੀ ਬੰਦਿਆ, ਕਿਰਤ ਕਰਨੀ ਹੈ, ਮਕਾਨ ਬਣਾ, ਕੋਠੀਆਂ ਬਣਾ, ਬਾਹਰਲੀਆਂ ਕੰਟਰੀਆਂ ਚਲਿਆ ਜਾ, ਪਾ ਲੈ, ਸਿਉਨਾ ਪਾ ਲੈ, ਵੱਡੀਆਂ ਗੱਡੀਆਂ ਲੈ ਲੈ, ਤੂੰ ਕਿਰਤ ਕਰਦਾ, ਇਹਦੇ ਤੇ ਕੋਈ ਤਰਕ ਨਹੀਂ, ਕੋਈ ਇਤਰਾਜ਼ ਨਹੀਂ। ਪਰ ਇੱਕ ਗੱਲ ਗੁਰੂ ਕੋਲੋਂ ਸੁਣ ਲੈ, ਕੰਨ ਖੋਲ ਕੇ ਸੁਣ ਲੈ, ਇਹ ਤੂੰ ਸਮਾਜਿਕ ਤਰੱਕੀ ਕੀਤੀ ਹੈ। ਤੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਉਹ ਸੁਣੋ। ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, 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 ਮੁੱਲ ਆਮਲਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਮੁੱਲ ਆਮਲਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਮੁੱਲ ਆਮਲਾਂ 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 ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਆਮਲਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਬੰਦਾ ਬੰਦਗੀ ਬਗੈਰ ਕਿਸੇ ਕੰਮ 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 ਦਾ ਨਹੀਂ, ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਵੇਖੋ ਆਪਣੇ ਕੋਲੇ ਇਤਿਹਾਸ ਵੀ ਹੈ ਤੇ ਗੁਰਬਾਣੀ ਵੀ ਹੈ। ਇਸ਼ਾਰੇ ਮਾਤਰ ਗੱਲ ਕਰਾਂਗਾ ਕਿਉਂਕਿ ਸਮਾਂ ਬਹੁਤ ਸੀਮਤ ਹੁੰਦਾ ਹੈ। ਭਗਤ ਫਰੀਦ ਜੀ ਬੈਠੇ ਨੇ, ਉਹਨਾਂ ਦੇ ਬਹੁਤ ਸਾਰੇ ਮੁਰੀਦ ਚੇਲੇ ਕਹਿ ਲਓ, ਇਸਲਾਮ ਮਤ ਦਾ ਇਹ ਬੋਲੀ ਆ, ਮੁਰੀਦ ਚੇਲੇ ਨੂੰ ਮੁਰੀਦ ਕਹਿੰਦੇ ਨੇ। ਬਹੁਤ ਸਾਰੇ ਮੁਰੀਦ ਆਏ, ਢਿੱਲੇ ਮੂੰਹ ਕੀਤੇ ਨੇ।
ਨਮਸਕਾਰ ਕਰਕੇ ਬੈਠੇ। ਭਗਤ ਜੀ ਕਹਿੰਦੇ ਕੀ ਗੱਲ ਅੱਜ ਤੁਸੀਂ ਕੁਝ ਬੋਲ ਨਹੀਂ ਰਹੇ? ਕਹਿੰਦੇ ਭਗਤ ਜੀ ਕੀ ਬੋਲੀਏ, ਆਪਣੇ ਉਹ ਸ਼ਹਿਰ ਵਾਲਾ ਜਿਹੜਾ ਇਲਾਕੇ ਵਾਲਾ ਚੌਧਰੀ ਹੈ ਨਾ, ਅਚਨਚੇਤੀ ਰਾਤ ਚੜ੍ਹਾਈ ਕਰ ਗਿਆ, ਉਹਦੀ ਮੌਤ ਹੋ ਗਈ। ਕਹਿੰਦੇ ਅੱਛਾ ਮਾੜਾ ਹੋਇਆ? ਹਾਂਜੀ ਬਹੁਤ ਮਾੜਾ ਹੋਇਆ। ਤੇ ਭਗਤ ਜੀ ਬੈਠੇ ਨੇ, ਮੁਰੀਦ ਚੇਲੇ ਬੋਲੀ ਜਾਂਦੇ ਨੇ। ਭਗਤ ਜੀ ਉਹਨਾਂ ਦੇ ਕੋਲ ਇੰਨਾ ਵੱਡਾ ਕਾਰੋਬਾਰ ਸੀ, ਇੰਨਾ ਸੋਨਾ, ਇੰਨੀ ਚਾਂਦੀ, ਉਹਨਾਂ ਦੇ ਇੰਨੇ ਹੀਰੇ, ਇੰਨੇ ਲਾਲ, ਇੰਨੀਆਂ ਉਹਨਾਂ ਦੀਆਂ ਬੇਗਮਾਂ, ਇਲਾਕੇ ਦੇ ਵਿੱਚ ਉਹਨਾਂ ਦਾ ਨਾਂ ਚੱਲਦਾ ਸੀ। ਇਹ ਤਾਂ ਮਹਾਰਾਜ ਨੇ ਆਪਣਾ ਭੁਲੇਖਾ ਦੂਰ ਕੀਤਾ ਹੋਇਆ ਨਾ। ਅਫਸੋਸ ਕਦੇ ਪੜ੍ਹਨ ਦਾ ਕਦੇ ਵਿਚਾਰਨ ਦਾ ਆਪਣੇ ਕੋਲੇ ਸਮਾਂ ਨਹੀਂ ਮਿਲਦਾ। ਬਾਕੀ ਕੰਮਾਂ ਨੂੰ ਸਮਾਂ ਮਿਲ ਜਾਂਦਾ, ਬਰੀਕ ਅੱਖਰਾਂ ਦਾ ਅਖਬਾਰ ਹੁੰਦਾ। ਪੜ੍ਹਨਾ ਮਾੜੀ ਗੱਲ ਨਹੀਂ, ਪੜ੍ਹੋ। 3-3 ਘੰਟੇ ਪੜ੍ਹੀ ਜਾਂਦਾ, 4-5 ਨੰਬਰ ਦੀ ਐਨਕ ਲੱਗੀ ਹੋਵੇ ਤਾਂ ਵੀ ਕਹਿੰਦਾ ਪੜ੍ਹੇ ਬਿਨਾਂ ਛੱਡਦਾ ਨਹੀਂ। ਭੋਲਿਆ ਮੋਟੇ ਅੱਖਰ ਹੁੰਦੇ ਨੇ, ਗੁਟਕਾ ਸਾਹਿਬ ਤੇ ਜਪਜੀ ਸਾਹਿਬ ਵੀ ਪੜ੍ਹ ਲਿਆ ਕਰ। ਫਿਰ ਬਾਂਹ ਖੜੀ ਕਰਕੇ ਦੱਸ ਦੇ ਵੀ ਨੁਕਸਾਨ ਕੀਤਾ ਜਪਜੀ ਸਾਹਿਬ ਨੇ ਕਿਸੇ ਦਾ, ਫਾਇਦਾ ਹੈ, ਲਾਭ ਹੈ। ਪਰ ਨਹੀਂ ਪੜ੍ਹਦਾ ਕਿਉਂਕਿ ਟੁੱਟ ਗਿਆ ਨਾ। ਜਦੋਂ ਆਪਣੇ ਘਰ ਨਾਲੋਂ ਬੰਦਾ ਟੁੱਟ ਜੇ ਤੇ ਫਿਰ ਉਹਨੂੰ ਮਨਾਉਣ ਵਾਲਾ ਕੌਣ ਹੁੰਦਾ ਹੈ? ਤਾਂ ਉੱਥੇ ਕਹਿਣ ਲੱਗੇ, ਉਹ ਬੋਲੀ ਗਏ, ਕਹਿੰਦੇ ਜੀ ਸਾਰੇ ਉਹਨਾਂ ਦਾ ਨਾਂ ਚੱਲਦਾ ਸੀ, ਬੜਾ ਅਮੀਰ ਬੰਦਾ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਵੀ ਕਹਿੰਦੇ ਨਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੈ, ਜੇ ਤਿਸ ਨਾਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਇਹ ਬਚਨ ਕਿਹਦੇ ਵਾਸਤੇ ਨੇ? ਭਗਤ ਜੀ ਨਹੀਂ ਬੋਲੇ। ਭਗਤ ਜੀ ਚੌਧਰੀ ਦਾ ਮਰ ਜਾਣਾ, ਤੁਸੀਂ 2 ਸ਼ਬਦ ਉਹਦੇ ਪਿਆਰ ਵਿੱਚ ਨਹੀਂ ਆਖੇ, ਆਪ ਜੀ ਚੁੱਪ ਬੈਠੇ ਹੋ। ਕਹਿੰਦੇ ਪਹਿਲਾਂ ਤੁਸੀਂ ਬੋਲ ਲਓ, ਮੈਂ ਫਿਰ ਬੋਲਾਂਗਾ। ਕਹਿੰਦੇ ਜੀ ਅਸੀਂ ਤਾਂ ਬੋਲ ਹਟੇ, ਆਪ ਜੀ ਦੱਸੋ। ਕਹਿੰਦੇ ਮੈਨੂੰ ਇਹ ਦੱਸੋ ਵੀ ਉਹ ਜਿਹੜਾ ਚੌਧਰੀ ਸੀ ਕੀ ਕਰਦਾ ਸੀ? ਕਹਿੰਦੇ ਜੋ ਦਿਨ ਰਾਤ ਕੰਮ ਕਰਦਾ ਸੀ, ਕਾਰੋਬਾਰੀ ਸੀ, ਬਹੁਤ ਵੱਡਾ ਉਹਨੇ ਆਪਣਾ ਕਾਰੋਬਾਰ ਬਣਾਇਆ ਸੀ। ਕਹਿੰਦੇ ਅੱਛਾ ਇੱਕ ਗੱਲ, ਕਹਿੰਦੇ ਹੁਣ ਮੈਨੂੰ ਜਵਾਬ ਦਿਓ। ਦਾਸ ਗੁਰਬਾਣੀ ਦੀ ਪੰਗਤੀ ਸਾਂਝੀ ਕਰੇਗਾ ਤੁਹਾਡੇ ਨਾਲ। ਇਹ ਜਿਹੜੀ ਗੱਲ ਹੋਈ ਹੈ ਇਹ ਨਹੀਂ ਵੀ ਇੱਕ ਗੱਲਾਂ ਹੋ ਰਹੀਆਂ ਨੇ, ਨਹੀਂ, ਇਹ ਗੁਰਮਤਿ ਹੈ। ਗੁਰਮਤਿ ਦਾ ਵਿਸ਼ਾ ਬੜਾ ਗੂੜਾ ਹੈ, ਬੜੀ ਗੁੰਝਲਦਾਰ ਕਹਾਣੀ ਹੈ। ਹਰ ਇੱਕ ਦੇ ਹਿਰਦੇ ਵਿੱਚ ਇਹ ਉਤਰਦਾ ਨਹੀਂ, ਹਰ ਇੱਕ ਦੇ ਕੰਨ ਇਹਨੂੰ ਸੁਣਨ ਵਾਸਤੇ ਤਿਆਰ ਨਹੀਂ, ਹਰ ਇੱਕ ਮਨੁੱਖ ਇਹਨੂੰ ਮੰਨਣ ਵਾਸਤੇ ਤਿਆਰ ਨਹੀਂ। ਤਾਂ ਉਸ ਵੇਲੇ ਕਹਿੰਦੇ ਇਹ ਦੱਸੋ, ਉਹ ਜਿਹੜਾ ਚੌਧਰੀ ਸੀ ਉਹ ਸਤਸੰਗ ਕਰਦਾ ਸੀ? ਲਓ ਜੀ, ਉਹਨੂੰ ਸਤਸੰਗ ਦੀ ਕੀ ਲੋੜ? ਉਹਦੇ ਕੋਲੇ ਸਾਰੀ ਦੁਨੀਆ ਦੀਆਂ ਸਹੂਲਤਾਂ, ਉਹਦੇ ਕੋਲੇ ਸਾਰੀ ਦੁਨੀਆ ਦੇ ਸੁੱਖ, ਉਹਨੂੰ ਕੀ ਲੋੜ ਸਤਸੰਗ ਦੀ? ਅੱਛਾ ਕਹਿੰਦੇ ਇਹ ਦੱਸੋ, ਅੱਲਾ ਖੁਦਾ ਦੀ ਕਦੇ ਬੰਦਗੀ ਕਰਦਾ ਸੀ? ਫਿਰ ਹੱਸ ਪਏ। ਕਹਿੰਦੇ ਮਹਾਰਾਜ ਪੀਰ ਜੀ ਉਹ ਤਾਂ ਬਹੁਤ ਅਮੀਰ ਬੰਦਾ ਸੀ, ਉਹਨੂੰ ਕੀ ਲੋੜ ਪਰਮੇਸ਼ਰ ਦਾ, ਅੱਲਾ ਖੁਦਾ ਦਾ ਨਾਮ ਜਪਣ ਦੀ? ਕਹਿੰਦੇ ਫਿਰ ਸੁਣ ਲਓ ਹੁਣ ਸਾਡਾ ਫੈਸਲਾ ਸੀ, ਤਾਈਓ ਨਹੀਂ ਬੋਲੇ। ਕਹਿੰਦੇ ਦੱਸੋ ਜੀ। ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ। ਕਹਿੰਦੇ ਇਹ ਦੁਨੀਆ ਤੇ ਬਹੁਤ ਵੱਡੇ ਵੱਡੇ ਕੋਠੀਆਂ ਮਹਿਲਾਂ ਦੇ ਮਾਲਕ ਕੋਠੀਆਂ ਨੂੰ ਉਸਾਰਨ ਵਾਲੇ ਤੁਰ ਗਏ, ਪਰ ਕਹਿੰਦੇ ਜੇ ਉਹਨਾਂ ਸਤਸੰਗ ਨਹੀਂ ਕੀਤਾ, ਅੱਲਾ ਖੁਦਾ ਦੀ ਬੰਦਗੀ ਨਹੀਂ ਕੀਤੀ, ਕਹਿੰਦੇ ਕੂੜਾ ਸੌਦਾ ਕਰ ਗਏ। ਕਰੋ ਅਰਥ ਹੁਣ ਇਹਦਾ। ਕੂੜਾ ਕਹਿੰਦੇ ਝੂਠ ਜਿਹੜਾ ਕਿਸੇ ਲੇਖੇ 'ਚ ਨਾ ਪਵੇ, ਸੌਦਾ ਕਹਿੰਦੇ ਨੇ ਵਣਜ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਗੋਰੀ ਦਾ ਅਰਥ ਹੈ ਕਬਰ, ਸਿਵੇ, ਸ਼ਮਸ਼ਾਨ ਘਾਟ। ਕਹਿੰਦੇ ਅਣਗਿਣਤ ਚੌਧਰੀ ਕਬਰਾਂ ਵਿੱਚ ਦੱਬੇ ਪਏ ਨੇ। ਕੂੜ ਦਾ ਸੌਦਾ ਕਰ ਗਏ, ਅਸਲੀ ਵਣਜ ਕੀਤਾ ਨਹੀਂ। ਸਾਨੂੰ ਅਸਲੀ ਵਣਜਾਰੇ ਬਣਾਇਆ ਵਾਹਿਗੁਰੂ ਨੇ। ਤੇ ਇੱਧਰ ਫਿਰ ਵੇਖੋ, ਜੇ ਦੁਨੀਆ ਤੇ ਹੀ ਵੱਡੇ ਬਣ ਕੇ ਅਸੀਂ ਸਫਲਾ ਜੀਵਨ ਕਰ ਜਾਂਦੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਦੇ ਵੀ ਲਾਹੌਰ ਵਿੱਚ ਜਾ ਕੇ ਦੁਨੀ ਚੰਦ ਨੂੰ ਨਾ ਲਲਕਾਰਦੇ। ਉਹ ਦੁਨੀ ਚੰਦਾ, ਤੇਰੇ ਕੋਲ 7 ਲੱਖ ਨਗਦ, 7 ਧੁਜਾ ਤੇਰੇ ਹਵੇਲੀ ਤੇ ਝੁੱਲਦੀਆਂ ਨੇ, 7 ਝੰਡੇ ਝੁੱਲਦੇ ਨੇ। ਇੱਕ ਝੰਡੇ ਦਾ ਭਾਵ 1 ਲੱਖ ਉਹਦੇ ਕੋਲੇ ਕੈਸ਼ ਨਗਦ, 7 ਲੱਖ ਦਾ ਮਾਲਕ। ਤੇ ਕਹਿੰਦੇ ਗਰੀਬਾਂ ਦੇ ਖੂਨ ਦੇ ਪਿਆਲੇ ਭਰ ਕੇ ਪੀਤੇ ਨੇ। ਇਹਦੇ 'ਚ ਤੇਰੀ ਕਮਾਈ ਕਿਹੜੀ ਆ? ਤੂੰ ਕਮਲਾ ਹੋ ਗਿਆ, ਲੋਕਾਂ ਨੂੰ ਤੂੰ ਦਿਖਾਵੇ ਕਰ ਕਰਕੇ ਵਿਖਾਉਣਾ। ਦੁਨੀ ਚੰਦ ਨੂੰ ਸਿੱਖ ਬਣਾਇਆ ਮੇਰੇ ਪਾਤਸ਼ਾਹ ਨੇ ਵੀ, ਜਿਹੜਾ ਅਸਲੀ ਬਣ ਜਾ ਉਹ ਤੂੰ ਨਹੀਂ ਕੀਤਾ, ਉਹ ਕਰ। ਕੀ ਲਿਖਿਆ ਮੇਰੇ ਵਾਸਤੇ, ਕੀ ਲਿਖਿਆ ਤੁਹਾਡੇ ਵਾਸਤੇ? ਅਤ ਸੁੰਦਰ। ਅਤ ਸੁੰਦਰ ਦਾ ਇੱਥੇ ਅਰਥ ਹੈ ਆਲ ਵਰਲਡ ਦੇ ਵਿੱਚੋਂ ਨੰਬਰ 1 ਸੁੰਦਰ ਹੋਵੇ ਕੋਈ। ਅਤ ਸੁੰਦਰ ਕੁਲੀਨ, ਅਤ ਸੁੰਦਰ ਕੁਲੀਨ ਚਾਤੁਰ ਮੁਖ ਗਿਆਨੀ ਧਨਵੰਤ। ਕਹਿੰਦੇ ਇਹ 5 ਸਿਫਤਾਂ ਕਿਸੇ ਵਿੱਚ ਵੈਸੇ ਹੁੰਦੀਆਂ ਨਹੀਂ ਇਕੱਠੀਆਂ। ਚਲੋ ਜੇ ਹੋਣ ਵੀ ਮਹਾਰਾਜ ਕਹਿੰਦੇ, ਫਿਰ ਕਹਿੰਦੇ ਉਹ ਪਤਾ
जे कहते उन्हें परमात्मा नूं भगवंत नूं प्यार नहीं किया ना तो मेरे पातशाह बाणी विचों चपेड़ा मारते ने। मृतक कहिए नानक 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 कहिए नानक मृतक 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 कहिए मृतक कहिए नानक 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 जय प्रीत नहीं भगवंत प्रीत नहीं भगवंत जय प्रीत नहीं भगवंत प्रीत नहीं भगवंत जय प्रीत नहीं भगवंत प्रीत नहीं भगवंत प्रीत नहीं भगवंत प्रीत नहीं भगवंत जय प्रीत नहीं भगवंत प्रीत नहीं भगवंत जय प्रीत नहीं भगवंत जय प्रीत नहीं भगवंत जय प्रीत नहीं भगवंत 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 प्रीत नहीं भगवंत प्रीत नहीं भगवंत जय प्रीत नहीं भगवंत मृतक कहिए नानक 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 ओ मृतक कहिए नानक 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 ਇੱਥੇ ਮੁਰਦਾ ਕਹਿਣ ਦਾ ਭਾਵ ਇਹ ਨਹੀਂ ਵੀ ਉਹ ਬੰਦਾ ਸਰੀਰ ਕਰਕੇ ਮਰ ਗਿਆ ਨਹੀਂ ਸਰੀਰ ਤਾਂ ਉਹਦਾ ਤੁਰਿਆ ਫਿਰਦਾ ਹੈ ਪਰ ਸਤਿਗੁਰ ਜੀ ਕਹਿੰਦੇ ਉਹਨੇ ਪਰਮਾਤਮਾ ਨੂੰ ਉਹ ਉੱਚੀ ਕੁਲ ਵਿੱਚ ਵੀ ਉਹਦਾ ਜਨਮ ਹੋ ਗਿਆ ਉਹ ਦੁਨੀਆ ਦਾ ਸਭ ਤੋਂ ਤੇਜ਼ ਤਰਾਰ ਤੇ ਚਲਾਕ ਬੰਦਾ ਵੀ ਹੈ ਕਿਸੇ ਨੂੰ ਗੱਲ ਵੀ ਨਹੀਂ ਕਰਨ ਦਿੰਦਾ ਅਤੀ ਦਾ ਉਹ ਸੁੰਦਰ ਵੀ ਹੈ ਉਹ ਗਿਆਨੀਆਂ ਦਾ ਵੀ ਮੁਖੀ ਗਿਆਨੀ ਹੈ ਉਹਦੇ ਬਰਾਬਰ ਆਲ ਵਰਲਡ ਵਿੱਚ ਕੋਈ ਗਿਆਨੀ ਨਹੀਂ ਹੈ ਅੱਖਰਾਂ ਦਾ ਗਿਆਨੀ ਹੈ ਉਹ ਦੁਨੀਆ ਦਾ ਧਨਵਾਨ ਬੰਦਾ ਹੈ ਧਨਵੰਤ ਤੇ ਉਹਦੇ ਵਰਗਾ ਕੋਈ ਅਮੀਰ ਬੰਦਾ ਵੀ ਨਹੀਂ ਪਰ ਕਹਿੰਦੇ ਜੇ ਉਹਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਨਾ ਮਹਾਰਾਜ ਕਹਿੰਦੇ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਸਰੀਰ ਉਹਦਾ ਜਿਉਂਦਾ ਹੈ ਉਹਨੇ ਸਰੀਰ ਨੂੰ ਚਲਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਰਸ ਕਸ ਕੀਤੇ ਭੋਜਨ ਖਾਧੇ ਪਰ ਉਹਨੇ ਆਤਮਾ ਨੂੰ ਭਜਨ ਦੀ ਖੁਰਾਕ ਨਹੀਂ ਦਿੱਤੀ ਉਹ ਆਤਮਾ ਕਰਕੇ ਮ੍ਰਿਤਕ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਤਮਾ ਸਾਡੇ ਸਰੀਰ ਵਿੱਚ ਇੱਕ ਸਾਡਾ ਸਰੀਰ ਹੈ ਸਰੀਰ ਦੀ ਖੁਰਾਕ ਹੈਗਾ ਆਪਣਾ ਭੋਜਨ ਤੇ ਆਤਮਾ ਸਰੀਰ ਦੇ ਵਿੱਚੋਂ ਜਦੋਂ ਕੁਝ ਨਿਕਲਦਾ ਹੈ ਜਿਹਨੂੰ ਆਪਾਂ ਕਹਿੰਦੇ ਡੈੱਡ ਬਾਡੀ ਤਾਂ ਆਤਮਾ ਹੀ ਨਿਕਲਦੀ ਹੈ ਤੇ ਜੇ ਹੁਣ ਆਤਮਾ ਨੂੰ ਖੁਰਾਕ ਦਿੱਤੀ ਹੈ ਤਾਂ ਉਹ ਤਰੋ ਤਾਜੀ ਹੈ ਜੇ ਉਹਨੂੰ ਖੁਰਾਕ ਭਜਨ ਵਾਲੀ ਦਿੱਤੀ ਨਹੀਂ ਤੇ ਫਿਰ ਕਹਿੰਦੇ ਉਹ ਆਤਮਾ ਕਰਕੇ ਆਤਮ ਘਾਤੀ ਬਣ ਗਿਆ ਆਤਮ ਘਾਤੀ ਜਗਤ ਕਸਾਈ
ਆਪਾਂ ਉਹ ਜਿਹੇ ਨਹੀਂ ਬਣਨਾ। ਆਪਣੇ ਕੋਲੇ ਮੌਕਾ ਹੈ, ਉਦਾਸ ਹੋਣ ਦੀ ਲੋੜ ਨਹੀਂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਜਿਹੜਾ ਗੁਰਮਤਿ ਦਾ ਮਾਰਗ ਦਿੱਤਾ ਹੈ, ਬੜਾ ਸੌਖਾ ਤੇ ਬੜਾ ਸਰਲ ਦਿੱਤਾ ਹੈ। ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ, ਜਾਗਣ ਦੀ ਲੋੜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਿੱਖਾ ਜੇ ਤੇਰੇ ਮਨ ਵਿੱਚ ਇਹ ਭੁਲੇਖਾ ਹੋਵੇ ਵੀ ਮੈਂ ਕਿਤੇ ਆਪਣਾ ਜ਼ਿੰਮੇਵਾਰੀਆਂ ਨਿਬੇੜ ਕੇ ਥੋੜ੍ਹੇ ਜਿਹੇ ਮੇਰੇ ਘਰ ਦੇ ਕੰਮ ਕਾਜ ਨੇ ਉਹ ਨਿਬੇੜ ਕੇ ਆਹ ਕੰਮ ਕਰ ਲਾਂ, ਉਹ ਕੰਮ ਕਰ ਲਾਂ, ਫੇਰ ਵੇਖਾਂਗਾ। ਮਹਾਰਾਜ ਕਹਿੰਦੇ ਇਹ ਵੱਡੀ ਬੇਵਕੂਫੀ ਹੈ, ਇਹਦੇ 'ਚ ਨਾ ਪਈ। ਕਿਉਂਕਿ ਇਹ ਜਿਹੜਾ ਸਰੀਰ ਹੈ ਇਹਦਾ ਭਰੋਸਾ ਪਲ ਦਾ ਨਹੀਂ ਹੈ, ਇੱਕ ਪਲ ਦਾ ਭਰੋਸਾ ਨਹੀਂ। ਆਪਾਂ ਜਿਤਨੀ ਸੰਗਤ ਬੈਠੇ ਹਾਂ, ਕੌੜੇ ਸੱਚ ਨੇ, ਤੁਹਾਡੇ ਹੱਥਾਂ ਨੇ, ਮੇਰੇ ਹੱਥਾਂ ਨੇ। ਕਿਸੇ ਨੇ ਆਪਣੇ ਤੋਂ ਵੱਡਾ ਤੋਰ ਦਿੱਤਾ, ਕਿਸੇ ਨੇ ਆਪਣੇ ਤੋਂ ਛੋਟਾ ਤੋਰ ਦਿੱਤਾ, ਕਿਸੇ ਨੇ ਨੌਜਵਾਨ ਤੋਰਿਆ ਹੋਇਆ, ਕੋਈ ਪੁੱਤ ਨੂੰ ਤੋਰੀ ਬੈਠਾ, ਕੋਈ ਧੀ ਨੂੰ ਤੋਰੀ ਬੈਠਾ, ਕੋਈ ਨੂੰਹ ਰਾਣੀ ਨੂੰ ਤੋਰ ਬੈਠਾ, ਕੋਈ ਪੋਤਰੇ ਤੇ ਪੋਤਰੀ, ਦੋਹਤੇ ਤੇ ਦੋਹਤੀ, ਮਾਮੇ ਭਾਣਜਿਆਂ ਨੂੰ ਤੋਰ ਗਏ, ਭਾਣਜੇ ਮਾਮਿਆਂ ਨੂੰ ਤੋਰ ਗਏ। ਪਤਨੀਆਂ ਨੇ ਪਤੀ ਤੋਰ ਦਿੱਤੇ ਤੇ ਪਤੀਆਂ ਨੇ ਪਤਨੀਆਂ ਤੋਰ ਦਿੱਤੀਆਂ। ਇੱਥੇ ਕਿਹੜੀ ਉਹ ਮੌਤ ਹੈ ਜਿਹੜੀ ਹੋਈ ਨਹੀਂ ਹੈ ਕਿਸੇ ਦੇ ਘਰ ਵਿੱਚ? ਇਹ ਬਹੁਤ ਟੇਢੀਆਂ ਗੱਲਾਂ ਨੇ, ਵਿਚਾਰਨ ਦਾ ਸਮਾਂ ਕੱਢੀਏ ਫੇਰ ਹੀ ਤਾਂ ਜਾ ਕੇ ਪਤਾ ਲੱਗਦਾ ਸਾਧ ਸੰਗਤ ਵੀ ਸਾਨੂੰ ਕਰਨਾ ਕੀ ਚਾਹੀਦਾ, ਅਸੀਂ ਉਲਝੇ ਕਿੱਥੇ ਖੜੇ ਆ। ਸੋ ਇਹ ਭੁੱਲ ਹੋਵੇਗੀ ਵੀ ਅਸੀਂ ਸਾਰੇ ਕੰਮ ਧੰਦੇ ਕਰਕੇ ਫੇਰ ਵੇਖਾਂਗੇ। ਨਹੀਂ ਭਾਈ, ਕੰਮਾਂ ਧੰਦਿਆਂ ਦੇ ਵਿੱਚ ਸਭ ਤੋਂ ਪਹਿਲਾ ਕੰਮ ਹੀ ਇਹ ਹੈ ਤੇਰਾ, ਮੇਰਾ ਤੇ ਤੁਹਾਡਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਹਨੇ ਤਾਂ ਭਲਕੇ ਉੱਠ ਕੇ ਕੰਮ ਹੀ ਇਹ ਕਰਨੇ, ਬਾਕੀ ਕੰਮ ਤਾਂ ਬਾਅਦ ਵਿੱਚ ਨੇ। ਤੇ ਕੁੱਕੜ ਜਿਹਨੂੰ ਆਪਾਂ ਮੁਰਗਾ ਕਹਿੰਦੇ ਆ, ਵੇਖੋ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਨੇ ਨਾ ਪੰਛੀਆਂ ਦੀਆਂ, ਜਾਨਵਰਾਂ ਦੀਆਂ। ਡਿਊਟੀ ਲਾਈ ਹੈ, ਕੁੱਕੜ ਨੂੰ ਕਹਿੰਦੇ ਤੂੰ 3 ਵਜੇ 3:30 ਵਜੇ ਬਾਂਗ ਦੇ ਦੀ। ਉਹ ਕਹਿੰਦਾ ਜੀ ਕਿਉਂ? ਕਹਿੰਦਾ ਮੇਰਾ ਮਹਾਰਾਜ ਜੀ ਕਹਿੰਦੇ ਮੇਰਾ ਬਣਾਇਆ ਬੰਦਾ ਇੰਨੀ ਘੂਕ ਨੀਂਦ ਵਿੱਚ ਸੌਂ ਜਾਂਦਾ ਹੈ, ਉਹ ਜਾਗਦਾ ਹੀ ਨਹੀਂ, ਤੇਰੀ ਬਾਂਗ ਨਾਲ ਜਾਗ ਜਿਆ ਕਰੇਗਾ। ਪਰ ਇਹਨੇ ਸੋਚਿਆ ਵੀ ਇਹ ਜ਼ਿਆਦਾ ਹੀ ਤੰਗ ਜਾ ਕਰਦਾ ਹੈ, ਉਸੇ ਦੀ ਗਰਦਨ ਮਰੋੜ ਕੇ ਉਸੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਵੀ ਤੈਨੂੰ ਮੈਂ ਬੁਲਾਉਣਾ, ਤੈਨੂੰ ਮੈਂ ਬਾਂਗ ਦਵਾਉਣਾ। ਉਸੇ ਨੂੰ ਖਾਣ ਲੱਗ ਗਿਆ ਕਮਲਾ। ਸੋ ਇਸ ਕਰਕੇ ਉਹ ਤਾਂ ਜਗਾਉਂਦਾ ਸੀ ਵੀ ਤੂੰ ਸੁੱਤਾ ਪਿਆ। ਕੀ ਕਹਿੰਦਾ ਕੁੱਕੜ ਤਾਂ ਇਉਂ ਬਾਂਗ ਦਿੰਦਾ ਸੀ, ਤੇਰੀ ਸੁੱਤੇ ਦੀ ਰੈਣ ਵਿਹਾਗੀ, ਸੁੱਤਿਆ ਬੰਦਿਆ ਕਿਉਂ ਨਹੀਂ ਜਾਗਦਾ, ਤੇਰੀ ਸੁੱਤੇ ਦੀ ਰੈਣ ਵਿਹਾਗੀ, ਸੁੱਤਿਆ ਬੰਦਿਆ ਕਿਉਂ ਨਹੀਂ ਜਾਗਦਾ, ਤੇਰੀ ਸੁੱਤੇ ਦੀ ਰੈਣ ਵਿਹਾਗੀ, ਸੁੱਤਿਆ ਮਨਾ ਕਿਉਂ ਨਹੀਂ ਜਾਗਦਾ, ਤੇਰੀ ਸੁੱਤੇ ਦੀ ਰੈਣ ਵਿਹਾਗੀ, ਸੁੱਤਿਆ ਮਨਾ ਕਿਉਂ ਨਹੀਂ ਜਾਗਦਾ, ਤੇਰੀ ਸੁੱਤੇ ਦੀ ਰੈਣ ਵਿਹਾਗੀ, ਸੁੱਤਿਆ ਮਨਾ ਕਿਉਂ ਨਹੀਂ ਜਾਗਦਾ, ਤੇਰੀ ਸੁੱਤੇ ਦੀ ਰੈਣ ਵਿਹਾਗੀ, ਸੁੱਤਿਆ ਬੰਦਿਆ ਕਿਉਂ ਨਹੀਂ ਜਾਗਦਾ। ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਨਰ ਜਾਗੇ, ਜਿਨ ਹਰ ਮਨ ਵਸਿਆ, ਬੋਲ ਹੈ ਅੰਮ੍ਰਿਤ ਬਾਣੀ। ਗੁਰੂ ਦੀ ਕਿਰਪਾ ਨਾਲ ਜਾਗਿਆ ਜਾਂਦਾ ਹੈ। ਆਹ ਸਤਸੰਗ ਦੇ ਵਿੱਚੋਂ ਸੋਝੀ ਪਈ ਹੈ ਜਿਨ੍ਹਾਂ ਨੂੰ ਪਈ ਹੈ। ਇੱਕੋ ਹੀ ਅਸਥਾਨ ਹੈ, ਇੱਕੋ ਹੀ ਤੀਰਥ ਹੈ ਜਿੱਥੇ ਆ ਕੇ ਬੰਦਾ ਭਵਜਲ ਨੂੰ ਤਰ ਸਕਦਾ ਹੈ। ਬਾਕੀ ਥਾਵਾਂ ਤਾਂ ਇਹਨੂੰ 99% ਡੋਬਦੀਆਂ ਨੇ, ਕਿਉਂਕਿ ਜਦੋਂ ਬੰਦਾ ਗੁਰੂ ਨਾਲੋਂ ਟੁੱਟ ਗਿਆ ਨਾ 100% ਇਹਨੇ ਡੁੱਬ ਜਾਣਾ ਹੈ। ਕਿਉਂ ਡੁੱਬ ਜਾਣਾ ਹੈ? ਰੋਜ਼ ਦੱਸਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ, ਤਿਤ ਸਰਵਰੜ ਹੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਅੱਖਾਂ ਨਾਲ ਵੇਖਿਆ, ਮੋਹ ਦੇ ਚਿੱਕੜ ਵਿੱਚ ਵੱਡੇ ਵੱਡੇ ਲੋਕ ਇੱਥੇ ਡੁੱਬ ਗਏ, ਨਿਕਲਦੇ ਨਹੀਂ ਇਹਦੇ ਚੋਂ। ਆਹ ਮੇਰਾ ਮੈਂ ਮੇਰੀ ਦੇ ਵਿੱਚ ਸੰਸਾਰ ਤੁਰਿਆ ਫਿਰਦਾ ਹੈ। ਸੋ ਜਿਹੜੇ ਜਾਗੇ ਨੇ ਗੁਰਮੁਖੋ ਦਾਸ, ਉਹ ਥੋੜ੍ਹੀ ਜਿਹੀ ਇਤਿਹਾਸ ਵਿੱਚੋਂ ਗੁਰਬਾਣੀ ਵਿੱਚੋਂ ਤੁਹਾਡੇ ਨਾਲ ਵਿਚਾਰ ਸਾਂਝ ਪਾਉਣਾ ਵੀ ਜ਼ਰੂਰੀ ਨਹੀਂ ਹੈ ਵੀ ਅਸੀਂ ਜਵਾਨੀ ਵਿੱਚ ਜਾਗਣਾ ਹੈ, ਜ਼ਰੂਰੀ ਨਹੀਂ ਹੈ ਵੀ ਅਸੀਂ ਅੱਧਖੜ ਉਮਰੇ ਜਾਗਾਂਗੇ, ਜ਼ਰੂਰੀ ਨਹੀਂ ਹੈ ਵੀ ਬੁੱਢੇ ਹੋ ਕੇ ਜਾਗਾਂਗੇ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਸੰਸਾਰ ਕਹਿੰਦਾ, ਇਤਿਹਾਸ ਕਹਿੰਦਾ, ਉਹ ਜਿਨ੍ਹਾਂ ਨੂੰ ਜਾਗਣ ਦੀ ਜਾਗ ਲੱਗ ਗਈ ਉਹ ਬਚਪਨ ਵਿੱਚ ਹੀ ਜਾਗ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 5 ਸਾਲ ਦਾ ਧਰੂ ਭਗਤ ਜਾਗਿਆ, 7 ਸਾਲ ਦੀ ਉਮਰ ਭਗਤ ਪ੍ਰਹਿਲਾਦ ਜੀਆਂ ਦੀ ਜਾਗੇ ਕਿ ਨਹੀਂ ਜਾਗੇ? ਜਵਾਬ ਦੇ ਦਿਓ।
5 ਤੇ 7 ਸਾਲ ਦੀ ਉਮਰ ਗੁਰੂ ਕੇ ਲਾਲ, ਧੰਨ ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ। ਜਾਗੇ ਕਿ ਨਹੀਂ ਜਾਗੇ? ਹੋਰ ਅਣਗਿਣਤ। ਇਹ ਨਹੀਂ ਵੀ ਆਪਣੇ ਇਤਿਹਾਸ ਵਿੱਚ ਇਹੋ ਹੀ 4 ਟੂਕਾਂ ਨੇ, ਇਹੋ ਹੀ 4 ਜਿਹੜੇ ਉਦਾਹਰਨਾਂ ਐਗਜ਼ੈਂਪਲਾਂ ਮਿਲਦੀਆਂ ਨੇ, ਨਹੀਂ, ਅਣਗਿਣਤ ਜਾਗੇ ਅੱਜ ਜਾਗ ਰਹੇ ਨੇ। ਜਿਹੜੀਆਂ ਮਾਵਾਂ, ਜਿਹੜੇ ਪਿਓ ਆਪਣੇ ਬੱਚਿਆਂ ਨੂੰ ਗੁਰਮੱਤ ਦੀ ਗੁੜਤੀ ਦਿੰਦੇ ਨੇ ਤੇ ਉਹ ਅੱਜ ਜਾਗੇ ਹੋਏ ਨੇ। ਤੇ ਜਿਨ੍ਹਾਂ ਦੇ ਘਰਾਂ ਵਿੱਚੋਂ ਗੁਰਮੱਤ ਸਾਧ ਸੰਗਤ ਮੁਨਕਰ ਹੋ ਗਏ, ਅਸੀਂ ਵੀ ਇਹ ਸਾਡਾ ਵਿਸ਼ਾ ਨਹੀਂ ਹੈ, ਉਹ ਕਿਵੇਂ ਜਾਗਾਂਗੇ? ਕੌਣ ਜਗਾਵੇਗਾ ਸਾਨੂੰ? ਸੁੱਤੇ ਪਏ ਬੰਦੇ ਨੂੰ ਕੋਈ ਜਗਾਉਣ ਵਾਲਾ ਨਾ ਹੋਵੇ, ਉਹ ਕਿਵੇਂ ਜਾਗੇਗਾ? ਉਹਦਾ ਕੰਮ ਹੋਵੇ ਕੋਈ ਜ਼ਰੂਰੀ। ਹਾਂ, ਟਾਈਮ ਤੇ ਜਾਗ ਆਪਣੇ ਆਪ ਆ ਜਾਂਦੀ, ਉਹ ਵੱਖਰਾ ਵਿਸ਼ਾ ਹੈ। ਪਰ ਜੇ ਕੋਈ ਬੰਦਾ ਘੂਕ ਸੁੱਤਾ ਪਿਆ, ਉਹਦਾ ਜ਼ਰੂਰੀ ਕੰਮ, ਉਹਨੇ ਟ੍ਰੇਨ ਚੜ੍ਹਨਾ, ਉਹਦਾ ਸਮਾਂ ਨਾ ਲੰਘ ਜਾਵੇ, ਉਹਨੂੰ ਜਗਾਉਣਾ ਪੈਣਾ ਜਾਂ ਅਲਾਰਮ ਲਾਉਣਾ ਪੈਣਾ। ਇਸੇ ਤਰ੍ਹਾਂ ਸਤਿਗੁਰੂ ਜੀ ਦੱਸ ਰਹੇ ਨੇ, ਹਰਨਾਕਸ਼ ਜਿਹੜਾ ਸੀ ਨਾ, ਇਹ ਬੜਾ ਕਠੋਰ ਸੁਭਾਅ ਦਾ ਸੀ, ਬੰਦਗੀ ਬੜੀ ਕੀਤੀ, ਭਗਤੀ ਬੜੀ ਕੀਤੀ ਇਹਨੇ, ਪਰਮੇਸ਼ਰ ਤੋਂ ਵਰ ਲੈ ਗਿਆ। ਕਿਹੜੇ ਕਿਹੜੇ ਵਰ ਲੈ ਗਿਆ? ਪਰਮੇਸ਼ਰ ਕਹਿੰਦਾ ਹਰਨਾਕਸ਼ ਤੇਰੀ ਬੰਦਗੀ ਬੜੀ ਹੈ ਤੇ ਮੰਗ ਲੈ, ਤੂੰ ਕੀ ਮੰਗਦਾ? ਕਹਿੰਦਾ ਮੈਨੂੰ ਮੌਤ ਨਾ ਆਵੇ, ਨਾ ਦਿਨੇ ਆਵੇ ਨਾ ਰਾਤ ਨੂੰ ਆਵੇ, ਨਾ ਅੰਦਰ ਮਰਾਂ ਨਾ ਬਾਹਰ ਮਰਾਂ। ਕਿੰਨੇ ਜ਼ਿਆਦੇ ਵਰ ਲੈ ਗਿਆ ਪਰਮੇਸ਼ਰ ਨੇ। ਉਹ ਜੁਗਤ ਖੇਡੀ ਵੀ ਜੇ ਇਹਨੂੰ ਇਹੋ ਹੀ ਵਰ ਦੇਤਾ ਵੀ ਤੂੰ ਮਰਨਾ ਨਹੀਂ, ਫਿਰ ਇਹ ਧੱਕਾ ਕਰੇਗਾ। ਕੋਈ ਜੁਗਤ ਰੱਖਦੇ ਆ, ਚਲੋ ਸਾਰੀਆਂ ਜੋ ਨੇ ਆਖੀਆਂ ਪਰਮੇਸ਼ਰ ਨੇ ਮੰਨੀਆਂ। ਤੇ ਫਿਰ ਇਹਦੇ ਅੰਦਰੋਂ ਮੌਤ ਦਾ ਡਰ ਚੱਕਿਆ ਗਿਆ ਵੀ ਮੈਂ ਕਿਹੜਾ ਮਰਨਾ, ਮੈਨੂੰ ਕਿਹੜਾ ਕੋਈ ਮਾਰ ਸਕਦਾ, ਮੇਰੇ ਕੋਲ ਤਾਂ ਦੁਨੀਆ ਦੀਆਂ ਤਾਕਤਾਂ ਆ ਗਈਆਂ ਤੇ ਮੈਨੂੰ ਕੋਈ ਜਿੱਤ ਨਹੀਂ ਸਕਦਾ। ਇਤਿਹਾਸ ਕਹਿੰਦਾ ਵੀ ਇਹਨੇ ਚੰਗੇ ਚੰਗੇ ਲੋਕਾਂ ਤੇ, ਭਗਤਾਂ ਤੇ, ਦੇਵਤਿਆਂ ਤੇ ਅਟੈਕ ਕਰ ਦਿੱਤਾ, ਉਹਨਾਂ ਨੂੰ ਮੱਲੋ ਧੱਕੀ ਮਾਰਨ ਲੱਗਿਆ, ਅਤਿਆਚਾਰ ਕਰਨ ਲੱਗਿਆ। ਸਮੇਂ ਸਮੇਂ ਤੇ ਜਿਨ੍ਹਾਂ ਦੇ ਕੋਲ ਪਾਵਰਾਂ ਆਈਆਂ, ਗੁਰਮੁਖੋ ਤੁਸੀਂ ਵੀ ਬੜੇ ਸਿਆਣੇ ਸੱਜਣ ਬੈਠੇ ਹੋ, ਤੁਹਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਮੇਰੇ ਨਾਲੋਂ ਵੀ ਜ਼ਿਆਦਾ ਹੈ। ਕਹਿੰਦੇ ਕੋਈ ਬੰਦਾ ਓਨਾ ਚਿਰ ਹੀ ਸ਼ਰੀਫ ਹੈ, ਓਨਾ ਚਿਰ ਹੀ ਸਾਧ ਹੈ, ਜਿੰਨਾ ਚਿਰ ਉਹਦੇ ਹੱਥ ਵਿੱਚ ਕੋਈ ਤਾਕਤ ਨਹੀਂ ਆ ਜਾਂਦੀ। ਜਦੋਂ ਉਹਦੇ ਹੱਥ ਵਿੱਚ ਕੋਈ ਤਾਕਤ ਆ ਗਈ ਤਾਂ ਉਹੀ ਸਾਧ ਸੰਗਤ ਬੰਦੇ ਦਾ ਥੋੜ੍ਹੇ ਦਿਨਾਂ ਬਾਅਦ ਜਿਹੜਾ ਉਹਦਾ ਜਿਉਣ ਦਾ ਤਰੀਕਾ ਹੁੰਦਾ, ਢੰਗ ਹੁੰਦਾ, ਉਹ ਸਾਰਾ ਬਦਲ ਜਾਂਦਾ ਹੈ। ਫਿਰ ਉਹ ਨਹੀਂ ਰਹਿੰਦਾ ਜਿਹਨੂੰ ਆਪਾਂ ਪਹਿਲਾਂ ਗਰੀਬੀ ਰੇਖਾ ਵਿੱਚ ਵੇਖਦੇ ਸੀ। ਇਸੇ ਤਰ੍ਹਾਂ ਹਰਨਾਕਸ਼ ਜਿਹੜਾ ਸੀ ਨਾ, ਇਹ ਦੈਂਤ ਤਾਂ ਸੀ, ਹਰਨਾਕਸ਼ ਰਾਖਸ਼ੀ ਸੀ, ਤਾਂ ਇਹਨੇ ਅਤਿਆਚਾਰ ਮਚਾ ਦਿੱਤਾ। ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੁਕਾਈ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਜਿਵੇਂ ਅੱਜ ਆਪਾਂ ਅਰਦਾਸਾਂ ਕਰਦੇ ਹਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਪੰਜਾਬ, ਹਰਿਆਣਾ ਅਤੇ ਹੋਰ ਆਪਾਂ ਸਾਰੀਆਂ ਸਟੇਟਾਂ ਜਿਤਨੀਆਂ ਵੀ ਹੈਗੀਆਂ, ਵੀ ਕਿੱਡਾ ਦੁੱਖ ਬਣਿਆ ਪਿਆ ਅੰਦੋਲਨ ਦਾ ਅਤੇ ਹੋਰ ਆਪਣੇ ਹੱਕਾਂ ਦਾ, ਅਤੇ ਜਿਹੜੀ ਮਹਿੰਗਾਈ ਹੈ ਸਿਰ ਚੜ੍ਹ ਕੇ ਬੋਲਦੀ ਹੈ। ਅੱਜ ਵੀ ਉਹੀ ਚੀਜ਼ ਹੋਈ ਪਈ ਹੈ। ਸਾਧ ਸੰਗਤ ਗਰੀਬਾਂ ਦੇ ਖੂਨ ਦੇ ਪਿਆਲੇ ਭਰ ਭਰ ਕੇ ਪੀਣੇ, ਕਿਸੇ ਨੂੰ ਪੁੱਛਣਾ ਨਾ। ਮਹਿੰਗਾਈ ਜਿਹੜੀ ਨਾ, ਉਹ ਮੰਨ ਕੇ ਚਲੋ 25 ਪੈਸੇ ਤੋਂ ਸਿੱਧੀ 1 ਰੁਪਈਆ ਹੋ ਗਈ, ਅਤੇ 3 ਚਵਾਨੀਆਂ ਵੱਧ ਗਈ, 3 ਗੁਣਾ ਮਹਿੰਗਾਈ ਵੱਧ ਗਈ ਹੈ। ਅਤੇ ਤੁਸੀਂ ਸਿਆਣੇ ਸੱਜਣ ਬੈਠੇ ਹੋ, ਜਿਹੜੇ ਨੌਕਰੀ ਚਾਕਰੀ ਕਰਨ ਵਾਲੇ ਹੋ ਨਾ, ਜਾਂ ਜਿਹੜੇ ਆਪਾਂ ਖੇਤੀ ਕਰਨ ਵਾਲੇ ਆ, ਪਹਿਲਾਂ ਮਹੀਨੇ ਦੇ ਵਿੱਚ ਤਨਖਾਹ ਦੇ ਵਿੱਚੋਂ ਆਪਾਂ ਥੋੜ੍ਹੀ ਬਹੁਤੀ ਬਚਤ ਕਰ ਲੈਂਦੇ ਸੀ। ਜੇ ਦਾਸ ਝੂਠ ਬੋਲਦਾ ਤਾਂ ਮੈਨੂੰ ਦੱਸ ਦਿਓ। ਹੁਣ ਜਿਹੜੀ ਮਹੀਨੇ ਦੀ ਤਨਖਾਹ ਹੈ ਨਾ, ਉਹਦੇ ਨਾਲ ਗੁਜ਼ਾਰਾ ਹੀ ਚੱਲਣਾ ਸ਼ੁਰੂ ਹੋ ਗਿਆ। ਬਚਤ ਵਗੈਰਾ ਹੁਣ ਉਹ ਛੱਡ ਦਿਓ, ਹੁਣ ਬਚਤ ਨਹੀਂ ਹੋ ਰਹੀ। ਕਿਉਂ? ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ, ਹੁਣ ਬਚਤ ਨਾਮ ਦੀ ਚੀਜ਼ ਹੀ ਕੋਈ ਹੈ ਨਹੀਂ। ਸੋ ਇਸ ਕਰਕੇ ਉਹ ਦੁਖੀ ਲੋਕ ਸੀ, ਉਹਨਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਹਰਨਾਕਸ਼ ਦਾ ਕੋਈ ਇਲਾਜ ਕਰੋ। ਅਤੇ ਯਾਦ ਰੱਖੋ, ਦੁਨੀਆ ਤੋਂ ਆਕੀ ਬੰਦਾ ਹੋ ਸਕਦਾ ਹੈ, ਲੋਕਾਂ ਤੋਂ ਬੰਦਾ ਆਕੀ ਹੋ ਸਕਦਾ ਹੈ, ਪਰ ਜਿੱਥੇ ਗੱਲ ਪਰਮੇਸ਼ਰ ਦੀ ਆਉਂਦੀ ਹੈ, ਪਰਮੇਸ਼ਰ ਸੁਪਰੀਮ ਪਾਵਰ ਹੈ, ਪਰਮਾਤਮਾ ਦੇ ਅੱਗੇ ਨਾ ਕੋਈ ਅੜ ਸਕਿਆ, ਨਾ ਕੋਈ ਖੜ ਸਕਿਆ। ਅਤੇ ਪਰਮੇਸ਼ਰ ਵੱਡਿਆਂ ਨੂੰ ਸਬਕ ਸਿਖਾ ਦਿੰਦਾ। ਸਾਧ ਸੰਗਤ ਉਹਦੀਆਂ ਖੇਡਾਂ ਨੇ। ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਦੱਸਦੇ ਨੇ, ਕਹਿੰਦੇ ਉਹ ਪਰਮੇਸ਼ਰ ਦੀ ਤਾਕਤ ਇੰਨੀ ਕੁ ਹੈ। ਕੌਣ ਕਹਿੰਦੇ ਨੇ? ਗੁਰੂ ਤੇਗ ਬਹਾਦਰ ਮਹਾਰਾਜ ਬਿਹਾਗੜਾ ਰਾਗ ਵਿੱਚ ਕਹਿੰਦੇ ਨੇ, ਸੁਣੋ। ਕਹਿੰਦੇ ਉਹ ਆਪਣੀ ਤੇ ਆ ਜਾਵੇ ਨਾ, ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾ ਜਾਂਦਾ। ਖਾਲੀ ਭਰ ਦੇਵੇਂ ਭਰਿਆਂ ਨੂੰ ਖਾਲੀ ਕਰ ਦੇਵੇਂ, ਇਹੀ ਤੇਰੇ ਚੋਜ ਵਾਹਿਗੁਰੂ। ਖਾਲੀ ਭਰ ਦੇਵੇਂ ਭਰਿਆਂ ਨੂੰ ਖਾਲੀ ਕਰ ਦੇਵੇਂ, ਇਹੀ ਤੇਰੇ ਚੋਜ ਮਾਲਕਾ। ਖਾਲੀ ਭਰ
खाली भर देवें परियां नूं खाली यही तेरे चोज वाहिगुरू खाली भर देवें परियां नूं खाली कर देवें यही तेरे चोज वाहिगुरू खाली भर देवें परियां नूं खाली कर देवें यही तेरे चोज वाहिगुरू भर देवें परियां नूं खाली कर देवें यही तेरे चोज वाहिगुरू खाली कर देवें परियां नूं खाली कर देवें यही तेरे चोज वाहिगुरू छिन मैं राव रंक कौ करई राव रंक कर डारे रीते भरे भरे सखनावै जह ताको व्यवहारे। कोई बंदा 100% तंदुरुस्त है, वैसे ये कौड़ा जा सच है, तंदुरुस्ती तो अज बहुत दूर चली गई। जो जो दिसै सो सो रोगी रोग रहत मेरा सतगुर जोगी। किसी नूं तन दे दुखां ने खा लिया, किसी दे मन दे दुखां ने खा लिया, किसी नूं घर दे दुखां ने खा लिया, किसी नूं रिश्तेदारां दे दुखां ने खा लिया, किसी नूं दोस्तां मित्रां दे दुखां ने खा लिया, ते किसी नूं पार्टी दे दुखां ने खा लिया। दुखां दियां तां पंडां ही बन्नी फिरदा महाराज कहंदे संसार, दुख नहीं बख्शदा गुरमुखो। हुण आपां जितने लोग बैठे हैं गुरु की संगत दे रूप विच, ये दसो भला किसी नूं पता भी कोई बंदा किहड़े माहौल चों आया है, किहो जे माहौल विचों दी बंदे नूं विचरना पै जांदा है। बहुत बड़ियां गुंझलदार कहानियां ने ये, रहो विचार। उत्थे फिर साध संगत महाराज जी कहंदे 100% तंदुरुस्त है बंदा। एक दिन दर्द जा होया, तो जो दर्द वगैरह होया कहंदे चलो चैकअप कराउने आ। चैकअप कराया, डॉक्टर कहंदा किन्ना कुर चिर हो गया इस दर्द नूं? कहंदे जी सारा महीना क होया, बस थोड़े बहुते वध घट दिन होणगे। कहंदे परिवार का जिहड़ा सीनियर मैंबर एक पासे आ जाओ, एक पासे बुला लिया। कहंदे सर दसो, कहंदे कैंसर है जिहड़ा ना वो सारियां स्टेजां टप गया, जाके सेवा कर लो। बंदा तुरदा फिरदा है, खाली करता कि नहीं करता। एक बंदे नूं कह दिता डैड डैड कह दिता भी ये डैड है, ले जाओ, थोड़े दिनों का प्राहुणा है। तो साध संगत बच्ची छोटी जी कहंदे गूंगी है, जबान तो बोलिया नहीं जाता। पंजोखरा साहब शरधा बन गई वो हिंदू परिवार दी, बिल्कुल थक गए सारे वैदां हकीमां डॉक्टरां तो लैके दवाइयां। 5 वार पंजोखरा साहब परिवार बच्ची नूं लैके गया। 6वीं वार जदों गया, ऊणियां नूं भरन वाले मेरे मालक बच्ची टच टच बोलन ला दित्ती मेरे गुरु हरकृष्ण साहब महाराज जियां ने। इनू कहंदे ने परमेश्वर की दात नूं कोई समझण वाला है नहीं। आपां तां एवें छोटी छोटी जी मत हुंदी है अपनी, ते गल्लां करदे आपां बहुत वड्डियां वड्डियां। नहीं, परमेश्वर जिहड़ा ना बहुत वड्डा है, बहुत वड्डा। आपां तां सोच भी नहीं सकते उत्थे ना। आपां तां इउं आ परमेश्वर दे सामने जिवें काली बोली हनेरी चढ़ के आउंदी है ना, ਉਹਦੇ 'ਚ किन्ने कण ਹੁੰਦੇ ने मिट्टी दे, ਵੱਡੀ ਹਨੇਰੀ ਵਿੱਚ ਉਹ ਸਾਰੀ ਮਿੱਟੀ ਦਾ ਜੇ ਇੱਕ ਕਣ ਵੱਖਰਾ ਕੱਢ ਲਈਏ ਨਾ, ਆਪਣੀ ਵੈਲਿਊ ਉਸ ਕਣ ਜਿੰਨੀ ਵੀ ਨਹੀਂ ਹੈਗੀ। ਗੱਲ ਮੁਕਾ ਦਿਓ ਪਰਮੇਸ਼ਰ ਦੇ ਅੱਗੇ। ਇਸੇ ਕਰਕੇ ਮਹਾਰਾਜ ਕਹਿੰਦੇ ਮਾਣ ਨਾ ਕਰਿਆ ਕਰ ਬੰਦਿਆ, ਹੰਕਾਰ ਨਾ ਕਰਿਆ ਕਰ। ਕਿੰਨੇ ਕਿੰਨੇ ਸ਼ਬਦ ਲਿਖੇ ਨੇ, ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕਾਂਚੁਰੀ ਭੁਜੰਗ। कबीर गर्भ ना कीजिए रंक ना हसीए कोई, अजहो सो नाव समुंदर में क्या जाना क्या होए। महाराज जी कहते एवं ना रब तो डरिया कर, कहते हसना नहीं चाहिदा किसे दी गरीबी उत्ते, 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 हसना नहीं चाहिदा किसे दी गरीबी उत्ते। ਸੁਭਾਅ ਬਣਾਓ, ਦਿਨ ਦੇ ਵਿੱਚ ਇੱਕ ਬੰਦੇ ਨੂੰ ਹਸਾਓ, ਖੁਸ਼ ਕਰੋ ਉਹਨੂੰ।
ਫਿਰ ਉਹਦੇ ਤੋਂ ਅੱਗੇ ਸੁਭਾਵਨਾ 2 ਨੂੰ ਖੁਸ਼ ਕਰੋ, 3 ਨੂੰ ਕਰੋ, 4 ਨੂੰ ਕਰੋ। ਜਦੋਂ ਅਸੀਂ ਕਿਸੇ ਨੂੰ ਖੁਸ਼ ਕਰਨਾ ਸਿੱਖ ਲਵਾਂਗੇ ਤੇ ਉਹਦੀ ਖੁਸ਼ੀ ਦੀ ਜਿਹੜੀ ਪਾਵਰ ਹੈ ਨਾ, ਤਰੰਗਾਂ, ਤੇ ਉਹ ਸਾਨੂੰ ਮਿਲਣਗੀਆਂ, ਉਹਦੀਆਂ ਅਸੀਸਾਂ ਸਾਨੂੰ ਮਿਲਣਗੀਆਂ। ਖੁਸ਼ ਕਰਨਾ ਸਿੱਖੋ, ਕਿਸੇ ਨੂੰ ਰਵਾਉਣਾ ਨਹੀਂ ਚਾਹੀਦਾ, ਕਿਸੇ ਦੁਖੀਏ ਦਾ ਦਰਦ ਵਧਾਉਣਾ ਨਹੀਂ ਚਾਹੀਦਾ, ਦਰਦ ਵੰਡਾਉਣਾ ਚਾਹੀਦਾ ਹੈ। ਇਹ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ। ਦਇਆ, ਧਰਮ, ਹਿੰਮਤ, ਮੋਹਕਮ, ਸਾਹਿਬ ਕਿਵੇਂ ਬਣਾਇਆ ਸਾਨੂੰ। ਬਸ ਉੱਥੋਂ ਫਿਰ ਬਚਪਨ ਵਿੱਚ ਹੀ ਜਾਗ ਲੱਗ ਗਈ। ਹਰਨਾਕਸ਼ ਦੇ ਘਰ ਪ੍ਰਹਿਲਾਦ ਜੀ ਆਏ। ਘਰ ਹਰਨਾਕਸ਼ ਦੈਂਤ ਦਾ ਕੱਲਰ ਕਾਬਲ ਭਗਤ ਪ੍ਰਹਿਲਾਦ। ਕਹਿੰਦੇ ਕੱਲਰ ਵਾਲੀ ਖੇਤੀ ਦੇ ਵਿੱਚ ਕਮਲ ਦੀ ਨਿਆਈ ਪ੍ਰਹਿਲਾਦ ਜੀ ਆ ਗਏ। ਉਹਨਾਂ ਦਾ ਪ੍ਰਕਾਸ਼ ਹੋਇਆ ਉਹਨਾਂ ਦੇ ਘਰ। ਤੇ ਫਿਰ ਜਦੋਂ ਬੱਚੇ ਦੀ ਉਮਰ 4-5 ਸਾਲਾਂ ਦੀ ਹੋਈ, ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ, ਭਗਤ ਕਬੀਰ ਜੀ, ਪ੍ਰਹਿਲਾਦ ਪਠਾਏ ਪੜ੍ਹਨ ਸਾਲ। ਕਹਿੰਦੇ ਫਿਰ ਵੇਖੋ, ਜਿਵੇਂ ਬੱਚੇ ਨੂੰ ਪੜ੍ਹਾਈ ਕਰਾਉਣੀ ਬੜੀ ਜ਼ਰੂਰੀ ਹੈ, ਪਰ ਆ ਪਿੱਛੇ ਜੇ ਤਾਂ 2 ਸਾਲ ਹੋ ਗਏ, ਉਹ ਬੱਚਿਆਂ ਦੀ ਪੜ੍ਹਾਈ ਇੰਨੀ ਖਰਾਬ ਹੋ ਗਈ, ਇੰਨੀ ਖਰਾਬ ਹੋ ਗਈ। ਕਦੇ ਮਾਸਟਰ ਜਿਹੜਾ ਟੀਚਰ ਹੁੰਦਾ ਨਾ, ਟੀਚਰ, ਉਹ ਜੇ ਕਿਤੇ ਬੱਚਾ ਕੋਈ ਪੀਰੀਅਡ ਮਿਸ ਕਰ ਦਿੰਦਾ ਤਾਂ ਟੀਚਰ ਗੁੱਸੇ ਹੋ ਜਾਂਦਾ ਬੱਚੇ ਨਾਲ। ਕਿਉਂਕਿ ਇੱਕ ਮਾਂ ਪਿਓ, ਇੱਕ ਟੀਚਰ, ਇੱਕ ਉਸਤਾਦ ਅਤੇ ਇੱਕ ਗੁਰੂ, ਇਹ ਹਮੇਸ਼ਾ ਗੁਰੂ ਆਪਣੇ ਸਿੱਖ ਦੀ, ਮਾਪੇ, ਟੀਚਰ, ਉਸਤਾਦ ਆਪਣੇ ਬੱਚੇ ਦੀ ਹਮੇਸ਼ਾ ਤਰੱਕੀ ਚਾਹੁੰਦੇ ਨੇ। ਟੀਚਰ ਭਲਾ ਕਦੋਂ ਖੁਸ਼ ਹੁੰਦਾ? ਟੀਚਰ ਉਦੋਂ ਖੁਸ਼ ਹੁੰਦਾ ਜਦੋਂ ਉਹ ਜਿਹੜੀ ਜਮਾਤ ਨੂੰ ਪੜ੍ਹਾਉਂਦਾ ਉਸ ਜਮਾਤ ਦੇ ਬੱਚੇ ਬਹੁਤ ਨੰਬਰ ਲੈ ਕੇ ਪਾਸ ਹੋਣ। ਫਿਰ ਉਹਨੂੰ ਮੰਨ ਲਓ ਨਾ, ਨੱਚਦਾ ਫਿਰਦਾ ਟੀਚਰ। ਅਤੇ ਜੇ ਉਹਦੇ 'ਚੋਂ ਮੰਨ ਲਓ 40 ਬੱਚੇ ਨੇ, ਜੇ 40 ਦੇ ਵਿੱਚੋਂ 10 ਹੀ ਪਾਸ ਹੋਏ, 30 ਫੇਲ ਹੋ ਗਏ। ਮੈਂ ਸੱਚ ਕਹਿਣਾ, ਟੀਚਰ ਘਰੇ ਜਾ ਕੇ ਪ੍ਰਸ਼ਾਦਾ ਨਹੀਂ ਛਕਦਾ। ਕਹਿੰਦਾ ਮੈਂ ਨਹੀਂ ਪ੍ਰਸ਼ਾਦਾ ਛਕਣਾ। ਕਹਿੰਦੇ ਕਿਉਂ? ਮੈਡਮ ਪੁੱਛਦੀ ਹੈ। ਕਹਿੰਦੇ ਮੈਂ ਕੀ ਕਰਾਂ, ਮੈਂ ਇੰਨੀ ਮਿਹਨਤ ਕੀਤੀ, ਕਮਲੇ ਪਾਗਲ 30 ਫੇਲ ਹੋ ਗਏ ਮੇਰੀ ਕਲਾਸ ਦੇ। ਟੀਚਰ ਨਹੀਂ ਖੁਸ਼ ਹੁੰਦਾ। ਸੋ ਇਸੇ ਤਰ੍ਹਾਂ ਜਦੋਂ ਬੱਚੇ ਦਾ ਪਿੱਛੇ ਜੇ ਹੁਣ ਵੇਖੋ ਬਹੁਤ ਜ਼ਿਆਦਾ, ਚਲੋ ਗੁਰੂ ਭਲੀ ਕਰੇ, ਇਹ ਵਿਸ਼ਾ ਨਹੀਂ ਹੈ ਮੇਰਾ, ਸਮਾਂ ਨਹੀਂ ਮੇਰੇ ਕੋਲ ਉਹਨਾਂ, ਆਪਾਂ ਵਿਚਾਰ ਅੱਗੇ ਤੋਰਨੀ ਹੈ। ਅਤੇ ਪ੍ਰਹਿਲਾਦ ਪਠਾਏ ਪੜ੍ਹਨ ਸਾਲ। ਕਹਿੰਦੇ ਪ੍ਰਹਿਲਾਦ ਜੀਆਂ ਨੂੰ ਅਧਿਆਪਕ ਦੇ ਪਾਸ, ਸੰਡਾ ਮਰਕਾ ਉਹਨਾਂ ਦਾ ਅਧਿਆਪਕ ਸੀ, ਪੜ੍ਹਨੇ ਪਾ ਦਿੱਤਾ। ਇੱਧਰੋਂ ਹਰਨਾਕਸ਼ ਨੇ ਤਰਥੱਲੀ ਮਚਾਈ ਹੋਈ ਹੈ। ਕੀ ਕਹਿੰਦਾ? ਜਲੇ ਹਰਨਾਕਸ਼, ਥਲੇ ਹਰਨਾਕਸ਼, ਸਾਰੇ ਹਰਨਾਕਸ਼, ਕੋਈ ਰੱਬ ਨਹੀਂ, ਰੱਬ ਦਾ ਨਾਂ ਕਿਸੇ ਨੇ ਨਹੀਂ ਲੈਣਾ, ਅਤੇ ਸਾਰਿਆਂ ਨੇ ਹਰਨਾਕਸ਼ ਹਰਨਾਕਸ਼ ਜਪਣਾ। ਜੇ ਇਹ ਤੋਂ ਬਗੈਰ ਕੋਈ ਦੂਜਾ ਨਾਂ ਲੈਂਦਾ, ਆਪਣੀ ਫੌਜ ਨੂੰ ਕਹਿ ਦਿੱਤਾ ਗਾਟਾ ਲਾ ਕੇ ਮਾਰੋ ਪਰੇ, ਗਰਦਨ ਤੋਂ ਵੱਢ ਦਿਓ। ਬੜੀ ਤਰਥੱਲੀ ਮੱਚੀ ਹੈ। ਤਾਂ ਹੁਣ ਘਰ ਭੇਜ ਦਿੱਤਾ ਉਹਦਾ ਇਲਾਜ ਕਰਨ ਵਾਲਾ। ਅਤੇ ਪ੍ਰਹਿਲਾਦ ਪੜ੍ਹਾਏ ਪੜ੍ਹਨ ਸਾਲ, ਸੰਗ ਸਖਾ ਬਹੁ ਲੀਏ ਬਾਲ। ਕਹਿੰਦੇ ਉਹਨਾਂ ਦੇ ਸਾਥੀ ਵੀ ਉਹਨਾਂ ਨਾਲ ਪੜ੍ਹਨ ਜਾਂਦੇ ਨੇ। ਅਤੇ ਉੱਥੇ ਫਿਰ ਪ੍ਰਹਿਲਾਦ ਜੀ ਜਦੋਂ ਸਕੂਲ ਜਾਂਦੇ ਨੇ ਨਾ, ਉਹ ਆਪਣੀ ਪੜ੍ਹਾਈ ਵੀ ਕਰਦੇ ਨੇ ਅਤੇ ਨਾਲ ਆਪਣੀ ਮਾਂ ਤੋਂ ਸੰਸਕਾਰ ਲਏ ਹੋਏ, ਪੁੱਤਰ ਪਰਮਾਤਮਾ ਦੀ ਬੰਦਗੀ ਕਰਨੀ ਹੈ, ਪਰਮੇਸ਼ਰ ਦਾ ਨਾਮ ਜਪਣਾ, ਮੁੱਖ ਨਹੀਂ ਮੋੜਨਾ, ਅਕਿਰਤ ਘਣ ਬੇਸ਼ੁਕਰੇ ਨਹੀਂ ਬਣਨਾ। ਉਹ ਵਾਹਿਗੁਰੂ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਉਹ ਹੈ ਰਾਮ, ਉਹ ਹੈ ਵਾਹਿਗੁਰੂ, ਉਹ ਹੈ ਧੰਨ ਗੁਰੂ ਨਾਨਕ, ਉਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਪੁੱਤਰ ਤੂੰ ਰਾਮ ਰਾਮ ਜਪਣਾ ਹੈ। 7 ਬਚਨ ਮਾਂ। ਸਕੂਲ ਜਾਂਦੇ ਨੇ, ਆਪਣਾ ਕੰਮ ਕਰਦੇ ਨੇ, ਅਤੇ ਨਾਲ ਨਾਲ ਰਾਮ 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 ਦੀ ਧੁਨੀ ਚੱਲਦੀ ਹੈ। ਅਤੇ ਇਕੱਲੇ ਆਪ ਨਹੀਂ, ਆਪ ਜਪੈ ਅਵਰਹ ਨਾਮ ਜਪਾਵੈ, ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਲਾ ਲੈਂਦੇ ਨੇ। ਇਹ ਤਾਂ ਸ਼ੌਂਕ ਹੈ ਨਾ। ਜਿਵੇਂ ਹੁਣ ਇੱਕ ਅਮਲੀ 20 ਅਮਲੀ ਤਿਆਰ ਕਰ ਦਿੰਦਾ, ਲੈ ਖਾ ਲੈ ਥੋੜ੍ਹੀ ਜਿਹੀ, ਕੀ ਹੁੰਦਾ ਪਤਾ ਉਦੋਂ ਹੀ ਲੱਗਦਾ ਜਦੋਂ ਕਿਡਨੀ ਗਈ ਅਤੇ ਲੀਵਰ ਗਿਆ ਅਤੇ ਹਾਰਟ ਫੇਲ ਹੋ ਗਿਆ। ਹੁੰਦਾ ਤਾਂ ਬਹੁਤ ਕੁਛ ਹੈ, ਪਰ ਮੰਨਦਾ ਹੀ ਨਹੀਂ ਹੈ, ਜਾਗਦਾ ਹੀ ਨਹੀਂ, ਅੱਖਾਂ ਹੀ ਨਹੀਂ ਖੋਲ੍ਹਦਾ। ਵੇਖਤਾ ਲੈ ਕਿੰਨੀਆਂ ਮਾਵਾਂ ਰੋਈ ਜਾਂਦੀਆਂ ਨੇ, ਕਿੰਨੀਆਂ ਧੀਆਂ ਰੋਂਦੀਆਂ ਨੇ, ਕਿੰਨੀਆਂ ਪਤਨੀਆਂ ਰੋਈ ਜਾਂਦੀਆਂ ਨੇ। ਛੱਡ ਕੇ ਤੁਰ ਗਏ ਲਟੈਣਾ ਵਰਗੇ ਨੌਜਵਾਨ, ਚਿੱਟੇ ਦੇ ਟੀਕੇ ਲਾਉਣੇ, ਹੋਰ ਬੁਰਾ ਹਾਲ ਕਰਨਾ, ਡੰਗਰਾਂ ਵਰਗੀ ਜ਼ਿੰਦਗੀ ਬਣਾ ਲੈਣੀ, ਮਾਂ ਪਿਓ ਨੂੰ ਧਰਤੀ ਨਾਲ ਮਾਰਨਾ ਪਟਕਾ ਕੇ। ਹੁਣ ਮਾਂ ਪਿਓ ਦਾ ਤਾਂ ਇੱਕੋ ਇੱਕ ਬੂਟਾ ਹੁੰਦਾ, ਉਹਦਾ ਧੀ ਪੁੱਤ। ਜੇ ਉਹੀ ਬੂਟੇ ਨੇ ਫਲ ਨਾ ਦਿੱਤਾ ਫਿਰ ਫਾਇਦਾ ਕੀ? ਮਾਂ ਪਿਓ ਤਾਂ ਰੋਊਗਾ ਹੀ, ਹੋਰ ਕੀ ਕਰੂਗਾ। ਅਤੇ ਉੱਥੇ ਫਿਰ ਜਿਹੜਾ ਸੰਡਾ ਮਰਕਾ ਅਧਿਆਪਕ ਸੀ, ਕਹਿੰਦੇ ਪ੍ਰਹਿਲਾਦ ਤੂੰ ਆਹ ਕੀ ਕਰਦਾ, ਰਾਮ ਰਾਮ ਵਗੈਰਾ, ਤੂੰ ਆਪ ਵੀ ਵਿਗੜ ਰਿਹਾ ਅਤੇ ਤੂੰ ਆਪਣਾ ਸਾਥੀਆਂ ਨੂੰ ਵੀ ਵਿਗਾੜ ਰਿਹਾ, ਅਤੇ ਨਾਲੇ ਤੈਨੂੰ ਪਤਾ ਤੇਰਾ ਪਿਓ ਤੈਨੂੰ ਮਾਰੇਗਾ, ਤੈਨੂੰ ਸਜ਼ਾ ਦੇਵੇਗਾ, ਅਤੇ ਤੂੰ ਇਉਂ ਕਰ, ਆ ਮੈਂ ਤੈਨੂੰ ਪੜ੍ਹਾਵਾਂ, ਤੂੰ ਊੜਾ ਆੜਾ ਲਿਖ ਜਾ, ਜੋ ਉਸ ਵੇਲੇ ਦੀ ਜੋ ਵੀ ਭਾਸ਼ਾ ਉਹ ਲਿਖ। ਅਤੇ ਸਾਧ ਸੰਗਤ ਕਹਿੰਦੇ ਲਿਆ ਤੇਰੀ ਪੱਟੀ, ਜਿਹਨੂੰ ਆਪਾਂ ਫੱਟੀ ਬੋਲਦੇ ਹਾਂ। ਸੰਡਾ ਮਰਕਾ ਜੀ ਟੀਚਰ ਅਧਿਆਪਕ ਕਹਿਣ ਲੱਗਾ ਲਿਆ ਤੇਰੀ ਫੱਟੀ, ਅਤੇ ਮੈਂ ਉਹ ਤੇਰਾ ਵਰਕ ਤੈਨੂੰ ਮੈਂ ਦੇਵਾਂ ਅਤੇ ਤੂੰ ਉਹ ਕਰ,
ਤੂੰ ਇਹ ਤੇ ਹਰਨਾਕਸ਼ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿੰਦੇ ਆਹ ਜਪਿਆ ਕਰ, ਉਹ ਰਾਮ ਵਗੈਰਾ ਛੱਡ ਦੇ। ਉਹ ਲਿਖ ਕੇ ਜਦੋਂ ਦੇ ਦਿੱਤਾ ਨਾ ਪ੍ਰਹਿਲਾਦ ਜੀ ਨੂੰ, ਪੱਟੀ ਫੜਾਈ। ਪ੍ਰਹਿਲਾਦ ਭਗਤ ਜੀ ਕਹਿੰਦੇ ਮੋਕੋ ਕਹਾਂ ਪੜਾਵਸ ਆਲ ਜਾਲ। ਕਹਿੰਦੇ ਸੰਡਾ ਮਰਕਾ ਜੀ ਅਧਿਆਪਕ ਨੂੰ ਕਹਿਣ ਲੱਗੇ ਮੈਨੂੰ ਇਹ ਆਲ ਜਾਲ ਦੇ ਵਿੱਚ ਕਿਉਂ ਪਾਉਂਦੇ ਹੋ? ਕੌਣ ਹੁੰਦਾ ਹਰਨਾਕਸ਼? ਮੈਂ ਪਿਤਾ ਹੈ ਉਹ ਮੇਰਾ, ਮੈਂ ਉਹਦਾ ਸਤਿਕਾਰ ਕਰਦਾ, ਮੈਂ ਉਹਦਾ ਪੁੱਤਰ ਹਾਂ। ਪਰ ਜੇ ਤੁਸੀਂ ਆਖੋ ਰੱਬ ਨੂੰ ਛੱਡ ਕੇ ਮੈਂ ਉਹਦਾ ਨਾਮ ਜਪਾਂ, ਇਹ ਤਾਂ ਨਾ ਅੱਜ ਨਾ ਕੱਲ ਹੋਣਾ ਹੀ ਨਹੀਂ। ਕਹਿੰਦੇ ਹੋਰ ਕੀ ਕਰਾਂ? ਸੰਡਾ ਮਰਕਾ ਜੀ ਕਹਿੰਦੇ ਬਚਪਨ ਦੀ ਗੱਲ ਹੈ ਇਹ, ਜਦੋਂ 5 ਤੇ 7 ਸਾਲਾਂ ਦੀ ਉਮਰ, ਉਦੋਂ ਜਾਗੇ ਪ੍ਰਹਿਲਾਦ ਜੀ। ਕਹਿੰਦੇ ਸੰਡਾ ਮਰਕਾ ਜੀ ਮੇਰੀ ਬੇਨਤੀ ਸੁਣੋ। ਕਹਿੰਦੇ ਜੀ ਦੱਸੋ। ਕਹਿੰਦੀ ਆ ਹਰਨਾਕਸ਼ ਵਗੈਰਾ ਢਾਹ ਦੇ ਮੇਰੀ ਫੱਟੀ ਤੋਂ, ਮੈਨੂੰ ਮਿਟਾ ਦੇ, ਗਾਜਣੀ ਲਾ ਕੇ ਨਾ ਇਹਨੂੰ ਮਿਟਾ ਦੇ। ਮਿਟਾਤੀ। ਕਹਿੰਦੇ ਹੁਣ ਕੀ ਲਿਖਾਂ? ਸੰਡਾ ਮਰਕਾ ਕਹਿੰਦਾ ਹੁਣ ਕੀ ਲਿਖਾਂ? ਆਪਾਂ ਵੀ ਲਿਖ ਲਓ, ਹਿਰਦੇ ਵਾਲੀ ਫੱਟੀ ਦੀ ਗੱਲ ਹੋ ਰਹੀ ਹੈ, ਬਾਹਰੀ ਫੱਟੀ ਦਾ ਐਗਜ਼ਾਮਪਲ ਦਿੱਤਾ ਹੈ। ਸੰਡਾ ਮਰਕਾ ਜੀ ਕਰ ਦਿਓ ਰਹਿਮਤ, ਲਿਖ ਦਿਓ ਸ਼੍ਰੀ ਗੋਪਾਲ ਮੇਰੀ ਪੱਟੀਆ ਤੇ, 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 ਲਿਖ ਦਿਓ ਸ਼੍ਰੀ ਗੋਪਾਲ ਮੇਰੀ ਪੱਟੀਆ ਤੇ। ਕਹਿੰਦੇ ਜੀ ਮੇਰੀ ਫੱਟੀ ਦੇ ਉੱਪਰ ਨਾ ਸ਼੍ਰੀ ਗੋਪਾਲ ਲਿਖ ਦਿਓ, ਤਾਂ ਕਿ ਮੈਂ ਉਹ ਗੋਪਾਲ ਨੂੰ ਜਪਦਾ ਜਪਦਾ ਆਪਣੇ ਹਿਰਦੇ ਵਾਲੀ ਫੱਟੀ ਤੇ ਲੈ ਜਾਵਾਂ, ਮੇਰਾ ਜੀਵਨ ਸਫਲਾ ਹੋ ਜਾਵੇ। ਨਾ ਲਿਖੋ ਇਹ ਢਾਹ ਦਿਓ, ਮੇਰਾ ਪਿਓ ਹੰਕਾਰੀ ਹੈ, ਉਹ ਮਾਣ ਕਰਦਾ ਹੈ, ਉਹ ਪਰ ਰੱਬ ਤੋਂ ਪਰਮੇਸ਼ਰ ਤੋਂ ਵੱਡਾ ਬਣਦਾ, ਉਹ ਨਾਸਤਕ ਹੋ ਗਿਆ, ਮੈਨੂੰ ਪਸੰਦ ਨਹੀਂ ਮੇਰਾ ਪਿਓ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਮੇਰੇ ਪਿਤਾ ਨੇ, ਪਰ ਉਹ ਜੇ ਰੱਬ ਤੋਂ ਵੱਡਾ ਬਣਦਾ ਫਿਰ ਮੈਨੂੰ ਉਹਦਾ ਕੋਈ ਮੋਹ ਨਹੀਂ ਹੈਗਾ। ਤਾਂ ਸੰਡਾ ਮਰਕਾ ਜੀ ਕਹਿਣ ਲੱਗੇ ਆਪਣਾ ਪ੍ਰਹਿਲਾਦ ਜੀ, ਉਹਨਾਂ ਦਾ ਸੁਭਾਅ ਬੜਾ ਕਠੋਰ ਹੈ, ਉਹਨਾਂ ਨੇ ਹੁਕਮ ਕੀਤਾ ਵੀ ਜਿਹੜਾ ਗੱਲ ਨਾ ਮੰਨੇ ਉਹ ਕਿਰਪਾਨ ਤਲਵਾਰ ਲੈ ਕੇ ਉਹਦੀ ਗਰਦਨ ਲਾ ਦਿਓ, ਕਿਤੇ ਇਹੋ ਜਿਹੀ ਗੱਲ ਨਾ ਹੋ ਜਾਵੇ। ਪ੍ਰਹਿਲਾਦ ਜੀ ਕਹਿਣ ਲੱਗੇ ਮੋਕੋ ਕਹਾਂ ਪੜਾਵਸ ਆਲ ਜਾਲ ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ। ਸੰਡਾ ਮਰਕਾ ਜੀ ਥੋੜ੍ਹੇ ਕਰੜੇ ਹੋ ਗਏ, ਕਿਉਂਕਿ ਉਹਨਾਂ ਦਾ ਸਟੂਡੈਂਟ ਸੀ, ਉਹਨਾਂ ਦਾ ਵਿਦਿਆਰਥੀ ਸੀ ਪ੍ਰਹਿਲਾਦ ਜੀ, ਅਤੇ ਟੀਚਰ ਥੋੜ੍ਹਾ ਕਰੜਾ ਹੁੰਦਾ ਹੈ। ਥੋੜ੍ਹੇ ਕਰੜੇ ਹੋ ਕੇ ਕਹਿਣ ਲੱਗੇ ਪ੍ਰਹਿਲਾਦ ਖਬਰਦਾਰ ਹੋ ਜਾ, ਸਾਰੇ ਬੱਚੇ ਮੇਰਾ ਕਹਿਣਾ ਮੰਨਦੇ ਨੇ, ਤੂੰ ਇਕੱਲਾ ਕਿਉਂ ਨਹੀਂ ਮੰਨਦਾ? ਤੂੰ ਹਰਨਾਕਸ਼ ਜਪ, ਤੂੰ ਆਪ ਵੀ ਮਰਨਾ ਹੈ ਅਤੇ ਮੈਨੂੰ ਵੀ ਮਰਵਾਉਣਾ ਹੈ, ਇਹ ਤੂੰ ਛੱਡ ਦੇ ਕਹਿਣਾ। ਅੱਗੋਂ ਫਿਰ ਪ੍ਰਹਿਲਾਦ ਜੀ ਕਹਿੰਦੇ ਵੇਖੋ ਸਰ ਜੀ, ਅਧਿਆਪਕ ਸਾਹਿਬ, ਬਾਕੀ ਕੁਛ ਕਹਿ ਲਓ, ਮੈਂ ਗਲਤੀ ਨਹੀਂ ਕੋਈ ਕਰਦਾ ਜ਼ਿੰਦਗੀ 'ਚ, ਜਿਹੜਾ ਮੈਨੂੰ ਵਰਕ ਦਿੰਦੇ ਹੋ ਮੈਂ ਕਰਾਂਗਾ, ਦੱਸੋ ਮੈਂ ਕਿਹੜੇ ਪਾਸਿਓਂ ਕਮਜ਼ੋਰ ਹਾਂ। ਪਰ ਜੇ ਤੁਸੀਂ ਮੈਨੂੰ ਰੋਹਬ ਮਾਰ ਕੇ, ਮੈਨੂੰ ਡਰਾ ਕੇ, ਮੈਨੂੰ ਧਮਕਾ ਕੇ ਮੇਰੇ ਰੱਬ ਨਾਲੋਂ ਤੋੜਦੇ ਹੋ, ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਜਿਵੇਂ ਗੁਰੂ ਕੇ ਲਾਲਾ ਨੇ ਜਕਾਰਾ ਛੱਡਿਆ ਸੀ ਜਾ ਕੇ ਸਾਧ ਸੰਗਤ ਕਚਹਿਰੀ ਦੇ ਵਿੱਚ, ਤੇ ਇਉਂ ਭਗਤ ਪ੍ਰਹਿਲਾਦ ਜੀ ਕਹਿੰਦੇ ਕੁਛ ਵੀ ਕਰ ਲੈ ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਨਹੀਂ ਛੋਡੂ ਰੇ ਬਾਬਾ ਰਾਮ ਨਾਮ ਨੂੰ, 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 ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਨਹੀਂ ਛੋਡੂ ਰੇ ਬਾਬਾ ਰਾਮ ਨਾਮ ਨੂੰ, ਨਹੀਂ ਛੋਡੂ ਰੇ ਬਾਬਾ ਰਾਮ ਨਾਮ ਨੂੰ, ਨਹੀਂ ਛੋਡੂ ਰੇ
नहीं छोड़ो रे बाबा राम नाम, मेरो और पढ़न स्यों नहीं काम। मैं एक वाहिगुरू नूं छड्ड के होरां वहिमां भरमां पखंडां विच ना पैना ते नाम किसे नूं पाउणा। इस करके तुसीं धक्का ना करो। रहाओ संडै मर कै कहे ओ जाए, प्रहलाद बुलाए बेग धाए। संडा मरका जी हरनाक्ष दे पेश हो गए। कहंदे जी मैनू कल नूं ना आखिओ, तुहाडा पुੱਤ आप बिगड़ गया ते चाटड़े बिगाड़ते सारे। प्रहलाद आप बिगड़िया, सब चाटड़े बिगाड़े। कहंदे वो बिगड़ भी गया ते अपने चाटड़े साथियों नूं भी बिगाड़ी जांदा है। हरनाक्ष जी मैनू कल नूं कोई किसी तरह की सज़ा ना दिओ, मैं बड़े यतन कर ले, गुस्से विच आ गया, क्रोध विच आ गया। कहंदे ऐसे वेले बुलाओ प्रहलाद नूं। अच्छा बगावत कर रहे। प्रहलाद बुलाए बेग धाए। बेग धाए का अर्थ है बड़ी जल्दी स्पीड के नाल। सिपाही भेजे, कहते लियाओ फड़ के। बुलाया तो साध संगत उत्थे जदों पेश होए, हरनाक्ष कहन लग्या प्रहलाद वेख मैं तेरा प्यो हाँ, तू मेरा पुत्त है, सारी दुनिया मेरा कहा मनती है तो तू मेरा कहना मन। प्रहलाद जी कहन लगे पिता जी लख वारी तुसी मेरे पिता हो, मैनू चंगी मत देओगे मैं झोली करांगा, पर मैनू खोटी मत देओगे मैं कदे भी तुहाडे अगे ना झुकांगा ते ना मैं तुहाडी गल मनण नूं तैयार हाँ। तो उस वेले होर गुस्से विच आ गया। कहंदे तू राम कहण की छोड़ बाण आदत। कहंदे तू राम कहण वाली आदत छड्ड। इहनूं वेखो ये तां प्रैक्टिकल पिया ना, अर्थ करन दी लोड़ नहीं। प्यो दा फर्ज बनदा है जिहड़ी मत है वो महान मत देवे अपने बच्चों नूं। ऐसी साध संगत होशी मत ते हौली मत ना देवे जिहड़ी हरनाक्ष दे रहा है। ते उत्थे आखिया तू राम कहण की छोड़ बाण, तुझ तुरत छडाऊं मेरो कहिओ मान। कहंदे तैनूं इसे वेले छड्ड दिना, आ जिहड़े सिपाहियां ने तैनूं पकड़े इन्हां तों तैनूं छडा दिना ते तू मेरी गल मन लै। ते उस वेले प्रहलाद जी कहंदे मोको कहाँ सतावों बार बार, प्रभ जल थल गिर किए पहाड़। पिता जी मैं तो उस वाहिगुरू की महिमा करदा जिस वाहिगुरू ने समुंदर बनाए ने, जिस वाहिगुरू ने पहाड़ बनाए ने, जिस वाहिगुरू ने बनस्पति बनाई है। एक राम ना छोड़ो गुरहगार। कहंदे मैं अपने गुरु की बदनामी नहीं कराउंदा, लखां यतन कर लै पिता जी मैं राम कहना छड्ड नहीं सकता। हुण ख्याल ये करना है सब विचार का भाव हुंदा है। कोई 7 सालां दा बच्चा अपने पिता के अगे अड़िया होया है, जिन्हें दुनिया झुकाई है, तो कहना मैं राम कहण की आदत छड्ड नहीं सकता। पर आपां राम कहण की आदत कदे पाईओ नहीं, जिंदगी लंघदी जांदी है। गुरु तेग बहादुर महाराज जी कहंदे राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत, राम स्यों कर प्रीत रे मन, राम स्यों कर प्रीत। उस वाहिगुरू नूं प्यार करना जिंदगी का सब तो बड़ा वपार है, सब तो सोहना बन जाए। अज परन करके जाओ, जे अज तक जिहड़े कर रहे ने वडभागियों होरनां नूं प्रेरो, जिन्हां नहीं कीती ना वो वाहिगुरू नूं प्यार करना शुरू कर दिओ। सब तो वड्डा रिश्ता है, सब तो प्यारा रिश्ता है। जिथे सारी दुनिया भज जावे उत्थे गुरु अपने सिख की बांह फड़ के रखता है। बड़ी तो बड़ी मुश्किल, बड़ी तो बड़ी विपता विच गुरु बचाउंदा है अपने सिख नूं। ऐसे गुरु नालों कदे टुटना नहीं चाहिदा सानूं। तां कहंदे एक राम ना छोड़ो गुरहगार। कहंदे मेरे गुरु की बदनामी है जे मैं राम कहना छड्डदा, मैं बदनामी नहीं कराउंदा गुरु की। कहंदे फिर ये तां असीं छडावांगे, ये तां धक्के नाल छडावांगे।
प्रहलाद जियां दा भगत जियां दा जवाब सी, कहंदे पिता जी मुक घाल जार भावें मार डार। कहंदे चाहे अग च सिट दे, चाहे सप्पां दे कमरे च बंद कर दे, चाहे पहाड़ तो रोड़ दे, जो करना है वो कर लै, पर मैं राम कहना नहीं छड्डदा। आखो सतनाम श्री वाहिगुरू। बस ये एक साध संगत हलूणा है, हलूणा भी उन्होंने 7 साल की उम्र विच एडे जालम पिता का सामना किया, घबराए नहीं, डरे नहीं, राम कहना छड्डिया नहीं, तो अज सानू जपा रहे ने राम जपो जी ऐसे ऐसे। ध्रुव प्रहलाद जपियो हर जैसे, ऐ जपो कहते इस तरह। तो फिर राजे नूं गुस्सा आ गया, क्रोध तानू पहले ही सी, हंकारी है। काढ़ खड़ग कोप्यो रिसाए, राजे ने कृपान कढ़ ली, गर्दन दे उपर रख ली प्रहलाद जियां दे। गुस्से दे विच कहंदे इउं कर, गल्लां जियां बहुतियां मारदा है, तुझ राखण हारो मोहे बताए। कहंदे जिहड़े तू राम दियां गल्लां करदा ना। प्रहलाद जी कहंदे फिर पिता जी मैनू भी एक गल दस दे। कहंदे किहड़ी? कहंदे तैनू इन्नी ताकत कित्थों मिली है? कहंदा परमेश्वर की बंदगी करके। कहंदे फिर जिहड़ा तुसीं पुछदे हो भी तैनू रखण वाला कौन है? फिर पिता जी मैं भी उसे दी बंदगी करके ताकतां लईआं ने, आ जा फिर मुकाबला हो गया, वेखांगे तेरे नाल खड़दा है कि मेरे नाल खड़दा है। भगवान कृष्ण ते गुरमुखो वो जिहड़े कैरों सी, कैरों दे अंदर दुर्योधन दे अंदर हंकार है, पर पांडवां दे अंदर भगती भाव है। ते भगवान कृष्ण जी किहदे नाल खड़े सी दसो? भगती भाव वालियां नाल खड़े ने, हंकारियां दे कोल नहीं खड़े। अहंकारियां निंदकां पिठ दे नाम दिओ मुख लाया। कदे ख्याल करिए, खड़ाओ परमेश्वर नूं अपने नाल। कहंदे दस फिर हुण दस, तुझ राखण हारो मोहे बताए। कहंदे दस फिर कित्थे है तेरा राम, कित्थे है तेरा राखा? ते साध संगत प्रहलाद जी कहंदे परमेश्वर ਇਹਦਾ हंकार हद्दां टप गया, फिर थोड़ा जिहा कर दिओ किरपा। बाणी कहंदी है ये जिहड़ा शब्द है ना गुरु ग्रंथ साहिब दे 1104 अंग ते है। साध संगत बसंत राग दी बाणी है जिहड़ी दास तुहाडे नाल पढ़ रहा है। कहंदे दस फिर कित्थे है? प्रभ थंब ते निकसे कै बिसथार, बहुत बड़ा अपना रूप धार के इउं थंब दे विचों प्रगट होए परमेश्वर। हरनाक्ष छेदिओ नख विदार, जिहड़ा कहंदा सी ना अंदर मरा ना बाहर, ना रात ना दिन, छपा सी वो तुसीं सुनिया कई बारी, दिन दा छपा सी, सूरज है भी नहीं सी ते छपा हो रहा सी, ना दिन सी ना रात सी। ते देहलियां दे विचकार खड़ गया नरसिंह, ना एक पैर अंदर एक पैर बाहर, सारे वचन भी निभाए ते इउं हत्थां ते रख लिया नरसिंह। अद्धा शरीर शेर दा उपरला ते नीचे वाला नर मनुख दा, इउं अद्धा अद्धा शरीर, ते अपने गोड्यां ते रख के हरनाक्ष नूं नौहां दे नाल पाड़ दिता। गुरमुखो वो हंकारी दी मौत होई, हरनाक्ष शेखिओ छेदिओ नख विदार, कि होवे भी क्यों ना। महाराज की कहंदे? हर जुग जुग भगत उपाया, पैज रखदा आया राम राजे, हरनाक्ष दुष्ट हर मारिया। नाक्ष दुष्ट हर मारिया, प्रहलाद तराया, अहंकारियां निंदकां पिठ दे। अहंकारियां निंदकां पिठ दे, नाम दिओ मुख लाया, जन नानक ऐसा हर सेविया। जन नानक ऐसा हर सेविया, अंत लए छड़ाया, हर जुग जुग भगत उपाया। भगतां दी सदा तू रखदा हर जीओ, धुर तू रखदा आया। वो वाहिगुरू अपने भगतां दी हमेशा, अपने सेवक की आपे रख है, आपे नाम जपावै।
ਤੇ ਉੱਥੇ ਫਿਰ ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰ ਸਿੰਘ ਭੇਵ ਕਹੈ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਵਾਰ। ਤੇ ਪ੍ਰਹਿਲਾਦ ਜੀਆਂ ਦਾ ਪਾਰ ਉਤਾਰਾ ਕੀਤਾ, ਉਹਨਾਂ ਦਾ ਉਧਾਰ ਕੀਤਾ ਤੇ ਆਪਣਾ ਵੀ ਹੋ ਜਾਵੇਗਾ। ਗੁਰੂ ਉਹੀ, ਤਾਕਤ ਉਹੀ, ਕਿਰਪਾ ਉਹੀ। ਬਸ ਸਿੱਖਾ ਮਨ ਦੀਆਂ ਅੜੀਆਂ ਛੱਡ ਕੇ ਢਹਿ ਪਏ ਦੁਆਰਿਆ ਕਹਿੰਦੇ ਰੱਖ ਲੇਵੋ ਦੀਨ ਦਇਆਲ ਢਹਿ ਪਏ ਦੁਆਰਿਆ। ਢਹਿ ਗੁਰੂ ਦੇ ਦਰ ਤੇ ਤਾਂ ਕਿ ਫਿਰ ਸਾਡਾ ਜਨਮ ਜੀਵਨ ਤੇ ਮੌਤ ਸਾਰੇ ਸਫਲੇ ਹੋ ਜਾਣ, ਕਿਉਂਕਿ ਹੁੰਦੇ ਨੇ ਸਫਲੇ ਨਾ। ਮਹਾਰਾਜ ਜੀ ਕਹਿੰਦੇ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ। ਸੋ ਆਓ ਪਿਆਰਿਓ, ਅੱਜ ਜਿਸ ਪਰਿਵਾਰ ਵਿੱਚ ਆਪਾਂ ਬੈਠੇ ਹਾਂ ਇਹ ਉਹ ਕਿਰਤੀ ਪਰਿਵਾਰ ਹੈ, ਉਹ ਉਦਮੀ ਪਰਿਵਾਰ ਹੈ, ਉਹ ਮਿਹਨਤੀ ਪਰਿਵਾਰ ਹੈ, ਉਹ ਪਿਆਰ ਵਾਲਾ ਪਰਿਵਾਰ ਹੈ। ਜਿਨ੍ਹਾਂ ਇਲਾਕੇ ਵਿੱਚ ਪਿਆਰ ਵੰਡਿਆ ਤੇ ਸਾਧ ਸੰਗਤ ਆਪਣੇ ਪਰਿਵਾਰ ਵਿੱਚ ਪਿਆਰ ਵੰਡਿਆ। ਸਵਰਗਵਾਸੀ ਬਾਪੂ ਚੰਦ ਸਿੰਘ ਜੀ ਆਪਣੇ ਵਿੱਚ ਨਹੀਂ ਰਹੇ, ਉਹਨਾਂ ਦੇ ਸਤਿਕਾਰਯੋਗ ਬੇਟੇ ਸਵਰਗਵਾਸੀ ਸਰਦਾਰ ਕਿੰਦਰ ਸਿੰਘ ਜੀ ਤੇ ਸਾਧ ਸੰਗਤ ਆਪਣੇ ਵਿੱਚ ਬੈਠੇ ਉਹਨਾਂ ਦੇ ਸਤਿਕਾਰਯੋਗ ਬੇਟੇ ਆਪਣੇ ਟੀਚਰ ਸਾਹਿਬਾਨ, ਰਿਟਾਇਰ ਟੀਚਰ ਸਾਹਿਬਾਨ, ਬੜਾ ਚਿਰ ਸਮਾਜ ਦੀ ਸੇਵਾ ਕੀਤੀ, ਬੱਚਿਆਂ ਨੂੰ ਪੜ੍ਹਾਈਆਂ ਕਰਵਾਈਆਂ। ਉਹਨਾਂ ਦੇ ਪੜ੍ਹਾਏ ਬੱਚੇ ਅੱਜ ਵੱਡੀਆਂ ਵੱਡੀਆਂ ਨੌਕਰੀਆਂ ਤੇ ਆਨੰਦ ਲੈ ਰਹੇ ਨੇ, ਬੜੀਆਂ ਅਸੀਸਾਂ ਮਿਲਦੀਆਂ ਨੇ। ਵੱਡਾ ਅਫਸਰ ਬਣ ਕੇ ਬੰਦਾ ਕਹਿੰਦਾ ਮੇਰਾ ਟੀਚਰ ਫਲਾਣਾ ਸੀ। ਬੜਾ ਪਿਆਰ ਹੁੰਦਾ, ਬੜਾ ਗੂੜਾ ਰਿਸ਼ਤਾ ਹੁੰਦਾ ਵਿਦਿਆਰਥੀ ਦਾ ਔਰ ਟੀਚਰ ਦਾ। ਮੁਬਾਰਕ ਹੈ ਉਹਨਾਂ ਟੀਚਰਾਂ ਨੂੰ ਜਿਹੜੇ ਪਿਆਰ ਨਾਲ ਬੱਚਿਆਂ ਨੂੰ ਪੜ੍ਹਾਈਆਂ ਕਰਾਉਂਦੇ ਨੇ ਤੇ ਨਾਲ ਗੁਰਮੱਤ ਦੀ ਗੁੜਤੀ ਦਿੰਦੇ ਨੇ। ਸੋ ਆਓ ਆਪਣੇ ਵਿੱਚ ਬੈਠੇ ਸਰਦਾਰ ਲਛਮਣ ਸਿੰਘ ਜੀ ਰਿਟਾਇਰ ਟੀਚਰ ਸਾਹਿਬਾਨ ਤੇ ਪਿਆਰੀ ਧੀ ਕੁਲਵੀਰ ਕੌਰ, ਘਰ ਦੇ ਜਵਾਈ ਸਰਦਾਰ ਹਰਦੀਪ ਸਿੰਘ ਜੀ ਸੰਧੂ ਸਾਹਿਬ ਦਰਿਆਪੁਰ ਵਾਲੇ ਫਤਿਆਬਾਦ ਦੇ ਨੇੜੇ, ਤੇ ਪੋਤਰੇ ਭਾਈ ਸੰਦੀਪ ਸਿੰਘ ਬਰਾੜ ਕੈਨੇਡਾ ਦੇ ਵਿੱਚ ਬੈਠੇ ਤੇ ਭਾਈ ਅਮਨਦੀਪ ਸਿੰਘ ਬਰਾੜ ਆਸਟ੍ਰੇਲੀਆ ਦੇ ਵਿੱਚ ਬੈਠੇ ਤੇ ਬਲਤੇਜ ਸਿੰਘ ਆਪਣੇ ਵਿੱਚ ਬੈਠੇ। ਬਹੁਤ ਪਿਆਰ ਵਾਲਾ ਬੱਚਾ ਹੈ, ਬੜਾ ਸਿਆਣਾ ਬੱਚਾ ਹੈ, ਬੜਾ ਸੁਲਝਿਆ ਹੋਇਆ ਬੱਚਾ ਹੈ। ਤੇ ਉੱਥੇ ਪੜਪੋਤਾ ਯੁਵਰਾਜ ਸਿੰਘ, ਇਹ ਬੱਚਾ ਵੀ ਆਸਟ੍ਰੇਲੀਆ ਦੇ ਵਿੱਚ ਹੈ। ਤੇ ਸਾਧ ਸੰਗਤ ਪੜਪੋਤੀਆਂ ਸੀਰਤ ਕੌਰ ਆਸਟ੍ਰੇਲੀਆ ਦੇ ਵਿੱਚ ਤੇ ਐਸੂਰੀਨ ਸ਼ਾਇਦ ਨਾਮ ਹੈ, ਮੈਨੂੰ ਭੁਲੇਖਾ ਲੱਗਦਾ, ਮਾਫ ਕਰ ਦੇਣਾ। ਇਹ ਵੀ ਬੱਚੀ ਜਿਹੜੀ ਹੈ ਬਹੁਤ ਪਿਆਰ ਵਾਲੀਆਂ ਬੱਚੀਆਂ ਪੜਪੋਤੀਆਂ। ਤੇ ਇੱਥੇ ਆਉਣ ਵਾਸਤੇ ਮੈਨੂੰ ਮੇਰੇ ਬਹੁਤ ਹੀ ਅਜੀਜ਼, ਬਹੁਤ ਹੀ ਪਿਆਰ ਵਾਲੇ ਇਸ ਘਰ ਦੇ ਕੁੜਮ ਤੇ ਸਰਦਾਰ ਗਮਦੂਰ ਸਿੰਘ ਜੀ ਹਮੀਰਗੜ੍ਹ ਵਾਲੇ ਪੱਤਰਕਾਰ ਸਾਹਿਬ, ਤੇ ਇਹਨਾਂ ਨੇ ਮੈਨੂੰ ਇੱਥੇ ਆਉਣ ਵਾਸਤੇ ਹੁਕਮ ਕੀਤਾ। ਬੜੇ ਲੰਮੇ ਸਮੇਂ ਤੋਂ ਸਾਡਾ ਇਹਨਾਂ ਨਾਲ ਪਿਆਰ ਹੈ। ਕਹਿੰਦੇ ਬਾਬਾ ਜੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਤੇ ਸਰਦਾਰ ਚੰਦ ਸਿੰਘ ਜੀ ਨਹੀਂ ਰਹੇ ਤੇ ਤੁਸੀਂ ਹਾਜ਼ਰੀ ਭਰਨੀ ਆ, ਇਹਨਾਂ ਦਾ ਹੁਕਮ ਮੰਨ ਕੇ ਪਹੁੰਚੇ ਆ। ਤੇ ਸਾਧ ਸੰਗਤ ਆਓ, ਅੱਜ ਜਦੋਂ ਗੱਲ ਮਾਪਿਆਂ ਦੀ ਆਉਂਦੀ ਹੈ, ਮਾਪਿਆਂ ਦਾ ਪਿਆਰ ਧੀਆਂ ਵਾਸਤੇ, ਪੁੱਤਰਾਂ ਵਾਸਤੇ, ਪੜਪੋਤੇ ਪੜਪੋਤਰੀਆਂ ਵਾਸਤੇ, ਤੇ ਸਾਧ ਸੰਗਤ ਉਹਨੂੰ ਦਾਸ ਇਉਂ ਪੜ੍ਹਦਾ ਹੁੰਦਾ ਹੈ। ਭਾਵੇਂ ਉਮਰਾਂ ਦੀ ਗੱਲ ਹੈ ਪਰ ਜਿਹੜੀ ਸੇਵਾ ਭਾਵਨਾ ਪਰਿਵਾਰ ਦੇ ਵਿੱਚ ਹੈ, ਇਸ ਪਰਿਵਾਰ ਨੇ ਜਿਹੜੀ ਸੇਵਾ ਨਿਭਾਈ ਉਹ ਸਾਧ ਸੰਗਤ ਇਲਾਕਾ ਜਾਣਦਾ, ਨਗਰ ਜਾਣਦਾ। ਤੇ ਅੱਜ ਸਿੱਖਿਆ ਲੈ ਕੇ ਜਾਇਓ, ਜੇ ਬਜ਼ੁਰਗਾਂ ਨੂੰ ਸੰਭਾਲੀਏ ਤਾਂ ਇਸ ਤਰ੍ਹਾਂ ਸੰਭਾਲੀਏ ਤੇ ਸਾਧ ਸੰਗਤਾਂ ਕਹਿ ਕੇ ਦਾਸ ਖੇਮਾਂ ਦਾ ਜਾਚਕ ਹੋਵੇਗਾ। ਬੱਚਿਓ ਨਾ ਰੋਲ ਦਿਓ ਮਾਪੇ ਵੱਡ ਮੁੱਲੀਆਂ ਦਾਤਾਂ, ਬੱਚਿਓ ਨਾ ਰੋਲ ਦਿਓ ਮਾਪੇ ਵੱਡ ਮੁੱਲੀਆਂ ਦਾਤਾਂ। ਬੱਚਿਓ ਨਾ ਰੋਲ ਦਿਓ ਮਾਪੇ ਵੱਡ ਮੁੱਲੀਆਂ ਦਾਤਾਂ, ਬੱਚਿਓ ਨਾ ਰੋਲ ਦਿਓ ਮਾਪੇ ਵੱਡ ਮੁੱਲੀਆਂ ਦਾਤਾਂ, ਬੱਚਿਓ ਨਾ ਰੋਲ ਦਿਓ ਮਾਪੇ ਵੱਡ ਮੁੱਲੀਆਂ ਦਾਤਾਂ, ਬੱਚਿਓ ਨਾ ਰੋਲ ਦਿਓ ਮਾਪੇ ਵੱਡ ਮੁੱਲੀਆਂ ਦਾਤਾਂ। ਫਿਰ ਜੀ ਕਿੱਥੇ ਲੱਗਦਾ ਜਦ ਤੋਰ ਜਾਣ ਮਾਪੇ, 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 ਫਿਰ ਜੀ ਕਿੱਥੇ ਲੱਗਦਾ ਜਦ ਤੁਰ ਜਾਣ ਮਾਪੇ, ਫਿਰ ਜੀ ਕਿੱਥੇ ਲੱਗਦਾ ਜਦ ਤੁਰ ਜਾਣ ਮਾਪੇ। ਰੰਗਲੇ ਸੱਜਣਾ ਬਾਜੋਂ
रंगले सजना बाजों बेड़ा सुनना लगदा ए धी तेरी दा तेरे बाजों चितना लगदा बाबला धी तेरी दा तेरे बाजों जी ना लगदा ए रंगले सजना बाजों बेड़ा सुनना लगदा ए धी तेरी दा तेरे बाजों जी ना लगदा ए धी तेरी दा तेरे बाजों चितना लगदा ए रंगले सजना बाजों बेड़ा सुनना लगदा ए पुत तेरे दा तेरे बाजों चितना लगदा ए बापू पुत तेरे दा तेरे बाजों जी ना लगदा ए रंगले सजना बाजों बेड़ा सुनना लगदा ए पुत तेरे दा तेरे बाजों जी ना लगदा ए पुत तेरे दा तेरे बाजों चितना लगदा ए आओ जी बजुर्गों की सेवा करो, बडमुलियां दातां ने ठंडे मिठे बोड़ दियां शाम